ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੱਲ ਸ਼ਾਮ ਨੂੰ ਜਿਉਂ ਹੀ ਸੂਰਜ ਢਲਿਆ, ਪੰਜਾਬ ਵਿੱਚ ਹਲਚਲ ਸ਼ੁਰੂ ਹੋ ਗਈ। ਕੱਲ ਜਦੋਂ ਇਹਨਾਂ ਦੀ ਕੰਪੇਨ ਕਮੇਟੀ ਦੀ ਮੀਟਿੰਗ ਸੀ ਕਾਂਗਰਸ ਦੀ, ਤੇ ਸੁਨੀਲ ਜਾਖੜ ਜੀ ਬੈਠੇ ਹੋਏ ਆ ਔਰ ਚੰਨੀ ਸਾਹਿਬ ਪਹੁੰਚ ਜਾਂਦੇ ਆ। ਕੋਈ ਅੱਧੇ ਕੁ ਘੰਟੇ ਬਾਅਦ ਨਵਜੋਤ ਸਿੱਧੂ ਵੀ ਪਹੁੰਚਦੇ ਆ। ਕੱਲ ਦੋਨੇ ਹੀ ਕੁਝ ਵਧੀਆ ਮੂਡ ਚ ਆਏ ਤੇ ਹਰ ਨੁਕਤੇ ਤੇ ਸਹਿਮਤੀ ਬਣੀ। ਇਹ ਅਚਰਜ ਵਾਲੀ ਗੱਲ ਆ। ਕਹਿੰਦੇ ਜਿੱਥੇ ਜਿੱਥੇ ਵਿਰੋਧ ਹੋਣਾ ਬਣਦਾ ਸੀ ਉੱਥੇ ਵੀ ਸਿੱਧੂ ਸਾਹਿਬ ਨੇ ਕਿਹਾ ਕੋਈ ਨਹੀਂ, ਦੇਖ ਲਓ, ਤੇ ਚੰਨੀ ਸਾਹਿਬ ਤੇ ਹੰਗਾਰਾ ਭਾਰੀ ਦਿੰਦੇ ਆ। ਲੇਕਿਨ ਫਿਰ ਵੀ ਅੰਦਰ ਇੱਕ ਝੋਲ ਆ, ਉਹਦੇ ਤੇ ਆਪਾਂ ਗੱਲ ਕਰਾਂਗੇ। ਅੰਦਰ ਦੀਆਂ ਖਬਰਾਂ ਦੇ ਵਿੱਚ ਸਭ ਸਹਿਮਤੀ ਵਾਲੀਆਂ ਖਬਰਾਂ ਦੇ ਨਾਲ ਨਾਲ ਕਿਧਰੇ ਚੁੱਪਚਾਪ ਮੂਕ ਅਸਹਿਮਤੀ ਵੀ ਹੁੰਦੀ ਹੈ, ਜ਼ਿਕਰ ਉਹਦਾ ਵੀ ਕਰਨਾ ਬਣਦਾ ਹੈ। ਲੇਕਿਨ ਸ਼ਾਮ ਢਲਣ ਤੋਂ ਬਾਅਦ ਜਿਉਂ ਹੀ ਹਨੇਰਾ ਪਸਰਿਆ, ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮਿਲ ਲੈਂਦੇ ਆ। ਇਹ ਇੱਕ ਵੱਡੇ ਅਖਬਾਰ ਸਮੂਹ ਨੇ ਬ੍ਰੇਕ ਕੀਤੀ ਆ ਖਬਰ ਕਿ ਰਾਤੀ ਰਾਜੇਵਾਲ ਛੁਪ ਛੁਪ ਕੇ ਮਿਲਦੇ ਰਹੇ। ਆਪਾਂ ਜੇ ਇਹਨੂੰ ਤੋੜ ਮਰੋੜ ਕੇ ਵੇਖੀਏ, ਬਚੀਆਂ ਸੀਟਾਂ ਤੇ ਰਾਜੇਵਾਲ ਸਾਹਿਬ ਜੇ ਨੈਗੋਸੀਏਸ਼ਨ ਕਰਨ ਗਏ, ਪਿੱਛੇ ਉਹਨਾਂ ਦੇ ਭਾਈਵਾਲ ਰਹੇ, ਸਾਥੀ ਰਹੇ, ਕਹਿੰਦੇ ਨਾ ਕੱਲਿਆਂ ਚੱਲਣਾ ਹੈ। ਤੇ ਉਹ ਕਹਿੰਦੇ ਰੀਥਿੰਕ ਕਰ ਲਓ ਦੀਪ ਸਿੰਘ ਵਾਲਾ, ਤੇ ਬਾਕੀ ਲੋਕ ਜਿਹੜੇ ਆ ਜਲੰਧਰ ਚ ਜੁੜ ਜਾਂਦੇ ਆ। ਰਾਜੇਵਾਲ ਕੱਲਿਆਂ ਚਿਹਰਾ ਬਣ ਜਾਣਗੇ ਜਾਂ ਉਹਨਾਂ ਚ ਰਲ ਜਾਣਗੇ ਜਾਂ ਆਪਣੇ ਲਈ ਸੀਟਾਂ ਲੈ ਕੇ ਫਿਰ ਉਹ ਚਿਹਰਾ ਕਿਵੇਂ ਐਲਾਨ ਦੇਣਗੇ। ਬੜੇ ਵੱਡੇ ਝੋਲ ਆ ਇਹਦੇ ਤੇ ਗੱਲ ਕਰਨੀ। ਕੱਲ ਅੰਦਰ ਕੀ ਹੋਇਆ ਜਾਂ ਕੀ ਹੋਇਆ ਹੋ ਸਕਦਾ, ਰੰਧਾਵਾ ਸਾਹਿਬ ਤੋਂ ਮਨਪ੍ਰੀਤ ਜੀ ਤੋਂ ਪੁੱਛਾਂਗੇ। ਲੇਕਿਨ ਬੀਜੇਪੀ ਵਾਲਿਆਂ ਨੇ ਵੀ ਆਪਣੀ ਉਹ 6 ਮੈਂਬਰੀ ਕਮੇਟੀ, 2 ਢੀਂਡਸਿਆਂ ਦੇ, 2 ਕੈਪਟਨ ਸਾਹਿਬ ਦੇ, 2 ਆਪਣੇ ਬਿਠਾ ਲਏ। ਕਹਿੰਦੇ ਸੀਟਾਂ ਦੀ ਵੰਡ ਦਾ ਜ਼ਿਕਰ ਹੁੰਦਾ ਰਿਹਾ, ਜਿੱਤਣ ਵਾਲੇ ਦਿਓ। ਹੁਣ ਸਾਰੇ ਹੀ ਕਹਿੰਦੇ ਅਸੀਂ ਜਿੱਤਣਾ, ਕੌਣ ਜਿੱਤੂ ਇਹ ਵੀ ਦੇਖਣਾ ਬਣਦਾ ਹੈ। ਲੇਕਿਨ ਇੱਕ ਖਬਰ ਇਹ ਵੀ ਆ ਕਿ ਪ੍ਰਧਾਨ ਮੰਤਰੀ ਦੀ ਵਿਜ਼ਿਟ ਨੂੰ ਲੈ ਕੇ ਕੁਝ ਵੱਖਰੀਆਂ ਜਿਹੀਆਂ ਅਨਾਉਂਸਮੈਂਟਸ ਲਈ ਸੋਚਿਆ ਜਾ ਰਿਹਾ, ਤੇ ਇਹਦੇ ਲਈ ਜਿਹੜੇ ਤੇਜ਼ ਤਰਾਰ ਬ੍ਰੇਨ ਨੇ ਪੰਜਾਬ ਨਾਲ ਜੁੜੇ ਹੋਏ, ਉਹਨਾਂ ਦੀਆਂ ਸਮਾਵਾਂ ਲਈਆਂ ਜਾ ਰਹੀਆਂ ਕਿ ਕਿੱਥੇ ਅਸੀਂ ਪ੍ਰਭਾਵਸ਼ਾਲੀ ਲੱਗ ਸਕਦੇ ਹਾਂ। ਲੇਕਿਨ ਜਦੋਂ ਤੁਸੀਂ ਭੱਜ ਪਈਆਂ ਦੀ ਚੰਡੀਗੜ੍ਹ ਦੇ ਵਿੱਚ, ਕਹਿੰਦੇ ਨਾ ਪੰਜਾਬ 'ਚ 13-13 ਦੀ ਹਮੇਸ਼ਾ, ਬਾਬੇ ਨਾਨਕ ਦੇ ਵੀ 13-13 ਹੀ ਸੀ, ਲੇਕਿਨ ਇੱਥੇ 14-14 ਹੋ ਗਏ। ਇੱਕ ਕਾਂਗਰਸੀ ਕੌਂਸਲਰ ਬੀਜੇਪੀ ਦੀ ਗੱਡੀ ਜਾ ਬੈਠਿਆ, ਉਹ 13 ਹੋ ਗਏ 12 ਤੋਂ। ਐਮਪੀ ਦੀ ਇੱਕ ਆਪਣੀ ਵੋਟ ਹੁੰਦੀ 14 ਹੋ ਗਏ। ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਵਾਲੇ ਚੰਡੀਗੜ੍ਹ ਦੀਆਂ ਇਲੈਕਸ਼ਨ ਜਿਹੜੀਆਂ ਹੋਈਆਂ, ਜਿੱਥੇ ਆਪ ਉੱਪਰ ਸੀ, ਹੁਣ ਬਰਾਬਰ ਹੋ ਗਏ। ਇੱਥੇ ਹੁਣ ਇਹ ਦੇਖਣਾ ਹੈ ਕਿ ਇਹ ਅੰਕੜਾ ਹੁਣ ਉੱਤੇ ਥੱਲੇ ਕਿੱਦਾਂ ਹੁੰਦਾ, ਕਿਹਦਾ ਜ਼ੋਰ ਜ਼ਿਆਦਾ। ਜੋੜ ਤੋੜ ਨੂੰ ਬੀਜੇਪੀ ਤਗੜੀ ਆ ਤੇ ਆਮ ਆਦਮੀ ਵਾਲੇ ਰੌਲਾ ਪਾਉਣ ਨੂੰ ਤਗੜੇ ਆ, ਇਹ ਦੇਖਣਾ ਬੜਾ ਜ਼ਰੂਰੀ ਹੈ। ਕੱਲ ਉਹਨਾਂ ਨਿਧੜਕ ਸਿੰਘ ਬਰਾੜ, ਜਿਹੜੇ ਕਿ ਤਗੜੇ ਬੁਲਾਰੇ ਨੇ, ਸੰਯੁਕਤ ਅਕਾਲੀ ਦਲ ਚ ਵੀ ਰਹੇ ਆ, ਮੈਨੇਜਮੈਂਟ ਉਹਨਾਂ ਦੀ ਤਗੜੀ ਆ, ਸਿਆਣੇ ਸਿਰ ਨੇ, ਉਹਨਾਂ ਨੂੰ ਆਪਣੇ ਨਾਲ ਜੋੜ ਲਿਆ। ਢੀਂਡਸਾ ਨਾਰਾਜ਼ ਤਾਂ ਨਹੀਂ ਹੋਏ ਹੋਣਗੇ, ਮੇਰਾ ਖਿਆਲ ਸਹਿਮਤੀ ਵੀ ਹੋ ਸਕਦੀ ਹੈ। ਲੇਕਿਨ ਇੱਕ ਹੋਰ ਜਿਹੜੀ ਖਬਰ ਅਹਿਮ ਆ, ਉਹ ਹੈਗੀ ਆ ਪੰਜਾਬ ਦੇ ਮੌਜੂਦਾ ਦ੍ਰਿਸ਼ ਵਿੱਚ ਰਾਜਪਾਲ ਦੀ ਭੂਮਿਕਾ ਨੂੰ ਲੈ ਕੇ। ਜਿਹੜੇ ਬਿਜਲੀ ਸਮਝੌਤਿਆਂ ਦੇ ਬਿੱਲ ਆ, ਉਹਨਾਂ ਨੇ ਸਾਈਨ ਕਰਕੇ ਰਾਸ਼ਟਰਪਤੀ ਨੂੰ ਭੇਜਤੇ, ਮਨਸੂਖ ਕਰਨ ਵਾਲੇ, ਜਿਹੜੇ ਇਹ ਰੱਦ ਕਰਨ ਵਾਲੇ ਕਰਾਰ ਆ। ਤੇ ਨਾਲ ਹੀ ਉਹਨਾਂ ਕਹਿ ਦਿੱਤਾ ਕਿ ਚੰਨੀ ਸਾਹਿਬ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਪੱਕੇ ਕਰਤੇ, ਸਾਰੇ ਪੰਜਾਬ 'ਚ ਬੋਰਡ ਲਾ ਕੇ ਬਾਅਦ 'ਚ ਹੌਲੀ ਜੀ ਗਿਲਾ ਕਰਕੇ ਕਹਿੰਦੇ ਰਾਜਪਾਲ ਨੇ ਫਾਈਲ ਨਹੀਂ ਭੇਜੀ। ਫਿਰ ਬੰਦਾ ਪੁੱਛੇ, ਏਡੇ ਇਸ਼ਤਿਹਾਰ ਵੀ ਰੋਕੇ ਹੀ ਲਾ ਲੈਂਦੇ। ਤੇ ਹੁਣ ਉਹ ਰਾਜਪਾਲ ਕਹਿੰਦੇ ਮੈਂ ਤਾਂ ਵਾਪਸ ਭੇਜਤੀ ਆ ਆਬਜੈਕਸ਼ਨ ਲਾ ਕੇ। ਇਹਨਾਂ ਅਜੇ ਆਬਜੈਕਸ਼ਨ ਰਿਮੂਵ ਨਹੀਂ ਕੀਤੇ, 3 ਦਿਨ ਹੋ ਗਏ। ਮੈਂ ਸਭ ਤੋਂ ਪਹਿਲਾਂ ਵਾਪਸ ਪਾਉਣਾ, ਮੈਨੂੰ ਸਭ ਤੋਂ ਪਹਿਲਾਂ ਇਹ ਦੱਸਿਓ, ਰਾਜੇਵਾਲ ਰਾਤੀ ਮਿਲੇ ਜੀ? ਜੇ ਅਖਬਾਰ ਸਮੂਹ ਨੂੰ ਸਹੀ ਮੰਨ ਲਿਆ ਜਾਵੇ, ਜਿਹਦੀ ਭਰੋਸੇਯੋਗਤਾ ਬੜੀ ਆ, ਤੇ ਫਿਰ ਜੇ ਮਿਲੇ ਨੇ ਤੇ ਮਿਲੇ ਕਿਵੇਂ ਹੋਣਗੇ, ਕਿਹਨਾਂ ਆਧਾਰਾਂ ਤੇ ਮਿਲੇ ਆ, ਕੀ ਫੈਸਲੇ ਹੋਏ ਹੋਣਗੇ, ਕੋਈ ਸਹਿਮਤੀ ਬਣੀ ਕਿ ਨਹੀਂ ਬਣੀ, ਇਹ ਅੱਜ ਦਿਨੇ ਤਾਂ ਪਤਾ ਲੱਗ ਜੂ। ਥੋੜਾ ਬਹੁਤਾ ਰਾਜੇਵਾਲ ਸਾਹਿਬ ਬੋਲਣੋਂ ਹਟਦੇ ਤਾਂ ਨਹੀਂ ਹੁੰਦੇ, ਬੋਲਣਗੇ ਜ਼ਰੂਰ। ਪਰ ਜੇ ਮੰਨ ਲਓ ਸਹਿਮਤੀ ਬਣਦੀ ਹੋਈ ਤਾਂ ਮੈਨੂੰ ਤੁਸੀਂ ਵਿਊ ਪੁਆਇੰਟ ਦੱਸਿਓ ਕਿ ਰਾਜੇਵਾਲ ਕਿੱਥੇ ਕੁ ਖੜੇ ਨੇ ਗੱਲਬਾਤ ਦੌਰਾਨ। ਜੀ ਰੰਧਾਵਾ ਜੀ, ਦੇਖੋ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੀ ਭਰੋਸੇਯੋਗਤਾ ਉਸ ਅਖਬਾਰ ਦੀ, ਉਸ ਅਖਬਾਰ ਸਮੂਹ ਦੀ, ਉਹ ਲੋਕਾਂ ਦੇ ਵਿੱਚ, ਉਹ ਜਨਤਾ ਦੇ ਵਿੱਚ ਬਹੁਤ ਆ। 100 ਸਾਲ ਤੋਂ ਵੀ ਵੱਧ ਪੁਰਾਣਾ ਅਖਬਾਰ ਆ ਇਹ। ਪਰ ਇਸ ਕਰਕੇ ਕੋਈ ਵੀ ਜਿਹੜੀ ਖਬਰ ਹੁੰਦੀ ਹੈ ਉਹ ਬੜੀ ਤਹਿਕੀਕਾਤ ਨਾਲ, ਬੜੀ ਜ਼ਿੰਮੇਵਾਰੀ ਦੇ ਨਾਲ ਆਮ ਤੌਰ ਤੇ ਹੁੰਦੀ ਹੈ। ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ, ਖੈਰ ਉਸ ਨੂੰ ਵੀ ਵਿੱਚ ਆਪਾਂ ਰੱਖਦੇ ਹਾਂ। ਲੇਕਿਨ ਇਸ ਖਬਰ ਨੂੰ ਇਸ ਕਰਕੇ ਤਰਜੀਹ ਮਿਲਦੀ ਹੈ ਜਾਂ ਪਹਿਲ ਦਿੱਤੀ ਜਾਊਗੀ ਕਿਉਂਕਿ ਇਸੇ ਗੱਲ ਤੇ
ਪੰਜਾਬ ਦੀ ਰਾਜਨੀਤੀ ਬਹੁਤ ਨਿਰਭਰ ਕਰਦੀ ਹੈ, ਬਾਕੀ ਪਾਰਟੀਆਂ ਤਾਂ ਹੈ ਹੀ ਆ ਮੈਦਾਨ ਦੇ ਵਿੱਚ। ਇਹ ਇਸ ਕਰਕੇ ਨਿਰਭਰ ਕਰਦੀ ਹੈ ਕਿ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ ਮੁਲਾਕਾਤ ਹੋ ਰਹੀ ਆ, ਉਹ ਕਿਸਾਨ ਆਗੂ ਜਿਹੜੇ ਪਿਛਲੇ ਦਿਨਾਂ ਦੇ ਦੌਰਾਨ 1 ਸਾਲ ਦਾ ਪੂਰਾ ਅੰਦੋਲਨ ਕਰਨ ਤੋਂ ਬਾਅਦ ਇੱਕ ਤਰ੍ਹਾਂ ਦੀ ਜਿੱਤ ਪ੍ਰਾਪਤ ਕਰਕੇ ਆਏ। ਜਿੱਤ ਉਹ ਉਸ ਨੂੰ ਕਹਿੰਦੇ ਆ ਕਿ 3 ਖੇਤੀ ਕਾਨੂੰਨ ਨਰਿੰਦਰ ਮੋਦੀ ਹੋਣਾ ਤੋਂ ਵਾਪਸ ਕਰਵਾ ਕੇ ਆਏ ਆ, ਉਹ ਪ੍ਰਧਾਨ ਮੰਤਰੀ ਤੋਂ, ਜਿਹੜੇ ਕਹਿੰਦੇ ਆ ਕਿ ਕੋਈ ਵੀ ਫੈਸਲਾ ਲੈਣ ਤੋਂ ਬਾਅਦ ਪਿੱਛੇ ਨਹੀਂ ਵੇਖਦੇ, ਪਿੱਛੇ ਨਹੀਂ ਮੁੜਦੇ। ਹੁਣ ਗੱਲ ਆਉਂਦੀ ਆ, ਜਿਹੜੀ ਆਪਾਂ ਗੱਲ ਕਰਨੀ ਆ, ਉਹ ਆਉਂਦੀ ਆ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ। ਬਹੁਤ ਦੇਰ ਤੋਂ ਕਿਆਸ ਲਾਈਆਂ ਜਾ ਰਹੀਆਂ ਨੇ, ਸਾਰੇ ਅੰਦਾਜ਼ੇ ਲਾ ਰਹੇ ਨੇ, ਚਰਚਾਵਾਂ ਨੇ, ਔਰ ਚਰਚਾਵਾਂ ਇਸ ਗੱਲ ਦੀਆਂ ਨੇ ਕਿ ਬਲਬੀਰ ਸਿੰਘ ਰਾਜੇਵਾਲ ਹੋਣਾ ਨੂੰ ਕਦੋਂ ਮੁੱਖ ਮੰਤਰੀ ਐਲਾਨਿਆ ਜਾਊਗਾ ਆਮ ਆਦਮੀ ਪਾਰਟੀ ਵੱਲੋਂ। ਪਿਛਲੇ ਦਿਨਾਂ ਦੇ ਦੌਰਾਨ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਕੁਝ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਆਪਣੇ ਪੈਰ ਪਿਛਾਂ ਖਿੱਚ ਰਹੀਆਂ ਨੇ, ਕਿਤੇ ਨਾ ਕਿਤੇ ਉਹ ਪਿੱਛੇ ਵੱਲ ਨੂੰ ਜਾ ਰਹੀਆਂ ਨੇ, ਤੇ ਲਗਾਤਾਰ ਬਿਆਨਬਾਜ਼ੀਆਂ ਇਹ ਆ ਰਹੀਆਂ ਸੀ ਕਿ ਬਲਬੀਰ ਸਿੰਘ ਰਾਜੇਵਾਲ ਹੋਣਾ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ। ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਾ ਦਾ। ਪਿਛਲੇ ਦਿਨਾਂ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ, ਤੇ ਹੁਣ ਫੇਰ ਉਹਨਾਂ ਦਾ ਬਿਆਨ ਆਇਆ ਕਿ ਰਾਜੇਵਾਲ ਸਾਹਿਬ ਨੂੰ ਮੁੜ ਵਿਚਾਰ ਕਰਨਾ ਚਾਹੀਦਾ, ਕਿਉਂਕਿ ਜਿਹੜੇ ਕਿਸਾਨਾਂ ਦੇ ਇਸ਼ੂਜ਼ ਨੇ ਜਾਂ ਕਿਸਾਨਾਂ ਦੇ ਮਸਲੇ ਆ, ਉਹ ਕੋਈ ਹੱਲ ਨਹੀਂ ਹੋਏ। ਅੱਜ ਵੀ ਕਿਸਾਨਾਂ ਦੀ ਉਹੀ ਸਥਿਤੀ ਆ ਜਿਹੜੀ ਸਾਲ ਤੋਂ ਵੱਧ ਸਮਾਂ ਪਹਿਲਾਂ ਸੀ। ਕੋਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੁਝ ਲੈ ਕੇ ਨਹੀਂ ਆਏ। ਹੁਣ ਗੱਲ ਆ ਗਈ ਹੈ ਰਾਜਨੀਤੀ ਦੀ। ਕੁਝ ਕਿਸਾਨਾਂ ਦਾ ਮੰਨਣਾ, ਉਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਇੱਕ ਨੇ, ਕਿ ਸ਼ਾਇਦ ਜਿਹੜੀ ਰਾਜਨੀਤੀ ਦੀ ਰਾਹ ਜਾਂ ਸਿਆਸਤ ਦੀ ਰਾਹ ਉਹ ਸਾਨੂੰ ਅਪਣਾਉਣੀ ਚਾਹੀਦੀ ਹੈ, ਤੇ ਆਪ ਰਾਜਨੀਤੀ ਦੇ ਵਿੱਚ ਆ ਕੇ ਤਾਂ ਹੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਹੋਣਗੇ। ਕਿਉਂਕਿ ਸਿਆਸੀ ਪਾਰਟੀਆਂ ਸਾਡੇ ਵੱਲ ਧਿਆਨ ਨਹੀਂ ਦਿੰਦੀਆਂ, ਉਹ ਸਾਡੇ ਹਿੱਤਾਂ ਨੂੰ ਵੇਖਦੀਆਂ ਨਹੀਂ, ਉਹਨਾਂ ਦੇ ਹਿੱਤ ਦੂਸਰੇ ਨੇ। ਕਿਉਂ ਨਾ ਅਸੀਂ ਆਪ ਇਹਦੇ ਵਿੱਚ ਕੁੱਦੀਏ, ਕਿਉਂ ਨਾ ਅਸੀਂ ਆਪ ਇਸ ਵਿੱਚ ਵੜੀਏ, ਚਾਹੇ ਗੰਧਲੀ ਕਿਉਂ ਨਾ ਹੋਵੇ ਰਾਜਨੀਤੀ, ਸਾਨੂੰ ਆਪ ਇਸ ਵਿੱਚ ਜਾਣਾ ਪਊਗਾ, ਤਾਂ ਹੀ ਜਿਹੜੇ ਸਾਡੇ ਮਸਲੇ ਆ, ਤਾਂ ਹੀ ਸਾਡੇ ਜਿਹੜੇ ਹਿੱਤ ਆ, ਉਹਨਾਂ ਦਾ ਧਿਆਨ ਰੱਖਣਾ ਚਾਹੂਗਾ। ਇਸ ਤਰ੍ਹਾਂ ਦੇ ਤਰਕ ਆ ਰਹੇ ਆ। ਲੇਕਿਨ ਜਿਹੜੀ ਗੱਲ ਹੁਣ ਆਉਂਦੀ ਆ, ਉਹ ਇਹ ਆਉਂਦੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ 96 ਸੀਟਾਂ ਆਮ ਆਦਮੀ ਪਾਰਟੀ ਐਲਾਨ ਚੁੱਕੀ ਆ, ਤੇ 2 ਸੀਟਾਂ ਹਜੇ ਉਹਨਾਂ ਨੇ ਕਿਹਾ ਕਿ ਅਸੀਂ ਰੱਖਣੀਆਂ, ਯਾਨੀ ਕਿ ਲਗਭਗ ਜੇ ਤੁਸੀਂ ਕਹਿ ਲਓ ਤੇ 98 ਸੀਟਾਂ। ਤੇ ਫਿਰ ਰੰਧਾਵਾ ਜੀ ਮੈਨੂੰ ਦੱਸੋ ਕਿ ਰਹਿ ਗਈਆਂ 19 ਸੀਟਾਂ, ਕਿਉਂਕਿ 117 ਸੀਟਾਂ ਤਾਂ ਕੁੱਲ ਨੇ ਪੰਜਾਬ ਦੇ ਵਿੱਚ, ਤੇ ਕੀ ਫਿਰ 19 ਸੀਟਾਂ ਲੈ ਕੇ ਰਾਜੇਵਾਲ ਸਾਹਿਬ ਉਹਨਾਂ ਨਾਲ ਆਪਣਾ ਵਿਚਾਰ ਵਟਾਂਦਰਾ ਕਰਨਗੇ, ਜਾਂ ਉਹ ਕਹਿਣਗੇ ਕਿ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਤੁਸੀਂ ਸਾਡੇ 'ਚ ਸ਼ਾਮਲ ਹੋ ਜਾਓ? ਤੁਹਾਨੂੰ ਪਤਾ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਉਹਨਾਂ ਦਾ ਇਹ ਰਿਹਾ, ਪਾਲਿਸੀ ਉਹਨਾਂ ਦੀ ਇਹ ਰਹੀ ਆ ਕਿ ਕੋਈ ਵੀ ਪਾਰਟੀ ਅਸੀਂ ਗੱਠਜੋੜ ਨਹੀਂ ਕਰਨਾ, ਸਾਡੇ ਵਿੱਚ ਸ਼ਾਮਲ ਹੋ। ਹਾਲਾਂਕਿ ਇੱਕ ਬੈਂਸ ਭਰਾਵਾਂ ਦੀ ਤੁਹਾਨੂੰ ਪਤਾ ਹੀ ਆ, ਉਹ ਗੱਠਜੋੜ ਤਾਂ ਨਹੀਂ ਸੀ, ਲੇਕਿਨ ਉਹਨਾਂ ਦੇ ਨਾਲ ਮਿਲ ਕੇ ਚੱਲੇ ਸੀ। ਜਦੋਂ ਵਿਰੋਧੀ ਪਾਰਟੀਆਂ ਦੇ ਉਹ 2 ਮੈਂਬਰ ਜਿੱਤੇ ਸੀ ਲੁਧਿਆਣੇ ਤੋਂ, ਤੇ ਫਿਰ 20A ਤੇ 222 ਇਹ ਇਕੱਠੇ ਬਣ ਕੇ ਇਹ ਵਿਰੋਧੀ ਪਾਰਟੀ ਵਿਧਾਨ ਸਭਾ ਦੇ ਵਿੱਚ ਬਣੀ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚਰਚਾਵਾਂ ਬਹੁਤ ਨੇ। ਔਰ ਇੱਕ ਗੱਲ ਮੈਂ ਦੱਸਾਂ, ਇਸ ਗੱਲ ਤੇ ਵੀ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਹੋ ਸਕਦਾ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਵੀ ਹੁਣ ਕਈ ਵਾਰੀ ਸੋਚਣਗੇ ਕਿ ਉਹਨਾਂ ਦੇ ਆਪਣੇ ਸਾਥੀ, ਚਾਹੇ ਉਹ ਜੋਗਿੰਦਰ ਸਿੰਘ ਉਗਰਾਹਾਂ ਹੋਣ, ਚਾਹੇ ਡਾਕਟਰ ਦਰਸ਼ਨਪਾਲ ਹੋਣ, ਚਾਹੇ ਤਮਾਮ ਉਹ ਸਾਰੇ ਲੀਡਰਸ ਹੋਣ, ਜਿਹੜੇ ਬਾਰ-ਬਾਰ ਉਹਨਾਂ ਨੂੰ ਰਿਕੁਐਸਟ ਕਰ ਰਹੇ ਆ, ਉਹਨਾਂ ਨੂੰ ਬੇਨਤੀ ਕਰ ਰਹੇ ਆ ਕਿ ਤੁਸੀਂ ਦੁਬਾਰਾ ਸੋਚੋ, ਆਪਾਂ ਜੋ ਧਿਰ ਬਣ ਕੇ ਹਜੇ ਤੱਕ ਉੱਭਰੇ ਆ, ਜਾਂ ਜਿਸ ਤਰ੍ਹਾਂ ਦੀ ਸਾਨੂੰ ਸ਼ਕਤੀ ਜਾਂ ਤਾਕਤ ਮਿਲੀ ਆ, ਉਹ ਤੁਹਾਡੀ ਸਿਆਸਤ ਚੋਂ ਨਹੀਂ ਸਾਨੂੰ ਮਿਲੀ। ਔਰ ਅਸੀਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੂਰ ਰੱਖ ਕੇ ਉਹ ਜੰਗ ਜਿੱਤੀ ਆ, ਉਹ ਲੜਾਈ ਜਿੱਤੀ ਆ। ਹਾਲਾਂਕਿ ਇਹਦੇ ਵਿੱਚ ਬਹੁਤ ਕੁਝ ਹੋਣ ਵਾਲਾ ਬਾਕੀ ਹੈ। ਤੁਸੀਂ ਦੇਖੋ ਰੰਧਾਵਾ ਜੀ, ਹਜੇ ਵੀ ਕੋਈ ਖੁਦਕੁਸ਼ੀਆਂ ਰੁਕੀਆਂ ਨਹੀਂ। ਅੱਜ ਵੀ ਤੁਹਾਨੂੰ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਨ ਨੂੰ ਮਿਲ ਜਾਣਗੀਆਂ ਕਿ ਜਿਹੜੀ ਜਿੱਤ ਤਾਂ ਇੱਕ ਪਾਸੇ ਕਹਿੰਦੇ ਆ ਕਿਸਾਨ, ਲੇਕਿਨ ਕਿਸਾਨੀ ਦੇ ਮਸਲੇ ਉਸੇ ਹਿਸਾਬ ਨਾਲ ਖੜੇ ਆ। ਜੀ ਰੰਧਾਵਾ ਜੀ। ਬਿਲਕੁਲ, ਕਿਉਂਕਿ ਇਸ ਵੇਲੇ ਰਾਜੇਵਾਲ ਸਾਹਿਬ ਦੇ ਸਾਹਮਣੇ ਇਹ ਸਵਾਲ ਮੂੰਹ ਅੱਡ ਕੇ ਖੜਾ ਹੈ ਕਿ ਕੀ ਉਹਨਾਂ ਨੇ ਆਪਣੀ ਮੌਜੂਦਾ ਇਮੇਜ ਨੂੰ ਬਰਕਰਾਰ ਰੱਖਣਾ ਹੈ ਜਾਂ ਇੱਕ ਵੱਖਰੇ ਸਫ਼ਰ ਤੇ ਤੁਰਨਾ ਹੈ। ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਭਲੀ ਭਾਂਤ ਹੋਊਗਾ, ਸਿਆਣੇ ਨੇ, ਪੁਰਾਣੇ ਨੇ, ਕਿ ਜੇ ਮੈਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਤਾਂ ਮੇਰਾ ਕਿਸਾਨ ਆਗੂ ਵਾਲਾ ਤੇ ਧਾਕੜ ਕਿਸਾਨ ਆਗੂ ਵਾਲਾ ਜਿਹੜਾ ਅਕਸ ਆ ਉਹ ਖੁਰ ਜਾਣਾ। ਉਸੇ ਦਿਨ ਤੋਂ ਉਹਨਾਂ ਨੇ ਕਿਸਾਨ ਆਗੂ ਵਜੋਂ ਖਤਮ ਹੋ ਜਾਣਾ। ਉਸ ਦਿਨ ਉਹਨਾਂ ਦੀ ਥਾਂ ਕਿਸੇ ਹੋਰ ਨੇ ਲੈ ਲੈਣੀ ਆ, ਔਰ ਉਹ ਸਿਰਫ ਤੇ ਸਿਰਫ ਇੱਕ ਸਿਆਸੀ ਆਗੂ ਬਣ ਜਾਣਗੇ। ਜੋ ਹਾਲਾਤ ਬਣੇ ਆ, ਜੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਆ ਤਾਂ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਆਪਣੀ ਮੈਂਬਰਸ਼ਿਪ ਤੋਂ ਬਾਹਰ ਕਰ ਦੇਗਾ। ਇਹ 'ਚ ਕੋਈ ਦੋ ਰਾਮਾ ਨਹੀਂ, ਇਹ ਗੱਲਾਂ ਹੋ ਚੁੱਕੀਆਂ। ਦੂਜੀ ਗੱਲ, ਉਹਨਾਂ ਨੂੰ ਕਿਸੇ ਵੀ ਜਿਹੜਾ ਕਿਸਾਨ ਆਗੂ ਦਾ ਸਮਰਥਨ ਮਿਲਦਾ ਦਿਸਦਾ ਨਹੀਂ, ਭਾਵੇਂ ਉਹਨਾਂ ਦੇ ਨੇੜਲੇ ਹੀ ਨੇ। ਮੇਰਾ ਖਿਆਲ ਸਾਰੇ ਕੰਨੀ ਕੱਟ ਜਾਣਗੇ, ਕਿਉਂਕਿ ਜਦੋਂ ਸੋਚਣਗੇ ਅਗਲੇ ਕਿ ਰਾਜੇਵਾਲ ਸਾਹਿਬ ਤੇ ਮੁੱਲ ਵੱਟ ਗਏ ਤੇ ਸਾਨੂੰ ਕੀ ਮਿਲਿਆ, ਤੇ ਉਹ ਕਹਿਣਗੇ ਫਿਰ ਅਸੀਂ ਜਿਸ ਰਾਹ ਤੇ ਸੀ ਉਹ ਤਾਂ ਡਾਂਗ ਵਾਲਾ ਰਾਹ ਸੀ, ਉੱਥੇ ਤੇ ਸਾਰੇ ਹੀ ਡਰਦੇ ਸੀ, ਭਾਵੇਂ ਸੈਂਟਰ ਸੀ ਭਾਵੇਂ ਪੰਜਾਬ ਸੀ। ਸੋ ਕੋਈ ਵੀ ਆਪਣੀ ਅਹਿਮੀਅਤ ਘਟਾ ਕੇ ਨਹੀਂ ਵੇਖਣਾ ਚਾਹੁੰਦਾ।
ਔਰ ਰਾਜੇਵਾਲ ਲਈ ਇਹ ਬਹੁਤ ਟਫ ਆ ਕਿ ਉਹ ਆਪਣੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਤੇ ਸਾਰੀਆਂ ਹੀ ਖਾਹਿਸ਼ੀ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਟਿਕਟਾਂ ਦਵਾ ਲੈਣ। ਹੁਣ ਇਹ ਵੀ ਵੱਡਾ ਸਵਾਲ ਆ, ਜੇ ਉਹ ਟਿਕਟਾਂ ਦਬਾ ਵੀ ਲੈਂਦੇ ਆ ਤਾਂ ਕੀ ਉਹ ਆਪਣੇ ਇਹਨਾਂ ਸਾਰੇ ਲੀਡਰਾਂ ਨੂੰ ਜਿਤਾਉਣ ਦੀ ਸਮਰੱਥਾ ਰੱਖਦੇ ਆ, ਜਦੋਂ ਉਹਨਾਂ ਦਾ ਆਪਣਾ ਅਕਸ ਆਪਣੀ ਲੀਡਰਸ਼ਿਪ ਕਿਸਾਨ ਆਗੂਆਂ ਵਾਲੀ ਤੇ ਅੰਦੋਲਨ ਵਾਲੀ ਆਬਾ ਖਤਮ ਹੋ ਚੁੱਕੀ ਹੋਊਗੀ, ਉਹ ਆਮ ਆਦਮੀ ਪਾਰਟੀ ਦੇ ਚਿਹਰੇ ਹੋਣਗੇ ਤੇ ਫਿਰ ਲੜਾਈ ਅਕਾਲੀਆਂ ਨਾਲ, ਬੀਜੇਪੀ ਨਾਲ ਔਰ ਕਾਂਗਰਸ ਨਾਲ ਹੋਊਗੀ। ਉਸ ਸਥਿਤੀ ਦੇ ਵਿੱਚ ਉਹ ਮਹਿਜ ਇੱਕ ਸਿਆਸੀ ਕੈਂਡੀਡੇਟ ਬਣ ਕੇ ਰਹਿ ਜਾਣਗੇ ਐਮਐਲਏ ਦੇ। ਹੁਣ ਇਸ ਤੋਂ ਵੱਡਾ ਸਵਾਲ ਇਹ ਵੀ ਆ ਕਿ ਜੇ ਉਹ ਕੱਲਿਆਂ 40 ਸੀਟਾਂ ਲੈ ਕੇ ਤੁਰਦੇ ਆ ਤਾਂ ਫਿਰ ਕੇਜਰੀਵਾਲ ਨੂੰ ਕੀ ਹਾਸਲ ਆ? ਜੇ ਇਹ 40 ਚੋਂ 25 ਜਿੱਤ ਜਾਂਦੇ ਆ, ਉਧਰ ਹੰਗ ਅਸੈਂਬਲੀ ਆ ਜਾਂਦੀ ਆ, ਇੱਥੇ ਕੋਈ ਸੰਵਿਧਾਨ 'ਚ ਲਿਖਿਆ ਤਾਂ ਹੈ ਨਹੀਂ ਕਿ ਜੇ ਗੱਠਜੋੜ ਆ ਤੇ ਇਕੱਠੇ ਰਹਿਣਗੇ, ਉਹ ਕਿਸੇ ਹੋਰ ਨਾਲ ਰਲ ਜਾਂਦੇ ਨੇ, ਜਾਂ ਬਾਕੀ ਅਕਾਲੀਏ ਜਾਂ ਕਾਂਗਰਸ ਵਾਲੇ ਉਹਨਾਂ ਨੂੰ ਬਾਹਰੋਂ ਸਮਰਥਨ ਦੇ ਦਿੰਦੇ, ਸਰਕਾਰ ਉਹ ਆਪਣੀ ਬਣਾ ਜਾਂਦੇ, ਆਮ ਆਦਮੀ ਪਾਰਟੀ ਕਿੱਥੇ ਜਾਊਗੀ? ਸੋ ਇਹ ਸਾਰੇ ਦੇ ਸਾਰੇ ਸਮੀਕਰਨ ਮੇਰਾ ਖਿਆਲ ਦੇਖੇ ਗਏ ਹੋਣਗੇ। ਮੈਂ ਇੱਥੇ ਤੁਹਾਡੀ ਟਿੱਪਣੀ ਜ਼ਰੂਰ ਲੈਣਾ ਚਾਹੁੰਦਾ। ਨਾਲੇ ਹੋਰ ਕਹਿੰਦੇ ਆ ਜੀ ਕੇਜਰੀਵਾਲ ਸਾਹਿਬ ਕੋਈ ਐਡੇ ਬਹੁਤੇ ਕਾਕੇ ਤਾਂ ਹੈ ਨਹੀਂ, ਬੱਚੇ ਤੇ ਹੈ ਨਹੀਂ, ਉਹ ਬਹੁਤ ਦੂਰ ਤੱਕ ਸੋਚ ਕੇ ਜਾਂਦੇ। ਜਦੋਂ ਅੰਨਾ ਹਜ਼ਾਰੇ ਨੂੰ ਉੱਥੇ ਬਿਠਾਇਆ ਸੀ ਸਟੇਜ ਤੇ, ਉਦੋਂ ਉਹਨਾਂ ਦੀ ਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਲੱਗੀ ਹੋਈ ਸੀ। ਉਦੋਂ ਕੇਜਰੀਵਾਲ ਅੰਦੋਲਨ ਨਹੀਂ ਸੀ ਕਰ ਰਹੇ, ਉਦੋਂ ਕੇਜਰੀਵਾਲ ਨੂੰ ਪਤਾ ਸੀ ਕਿ ਮੈਂ ਕਿੱਥੋਂ ਤੁਰ ਰਿਹਾ ਤੇ ਕਿੱਥੇ ਪਹੁੰਚਣਾ। ਅੱਜ ਅੰਨਾ ਹਜ਼ਾਰੇ ਕਿੱਥੇ ਨੇ, ਕੇਜਰੀਵਾਲ ਕਿੱਥੇ ਨੇ? ਰਾਜੇਵਾਲ ਅੰਨਾ ਹਜ਼ਾਰੇ ਤੋਂ ਵੀ ਸਬਕ ਲੈ ਸਕਦੇ ਆ, ਸੇਧ ਲੈ ਸਕਦੇ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਆ। ਅੱਜ ਅੰਨਾ ਹਜ਼ਾਰੇ ਕਿੱਥੇ, ਅੱਜ ਕਿਰਨ ਬੇਦੀ ਕਿੱਥੇ ਆ, ਤੇ ਅੱਜ ਜਨਰਲ ਵੀਕੇ ਸਿੰਘ ਕਿੱਥੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਸ਼ਾਜ਼ੀਆ ਇਲਮੀ ਕਿੱਥੇ ਆ? ਇਹ ਸਾਰੇ ਲੋਕ ਇਹਨਾਂ ਦੇ ਨਾਲ ਤੁੜੇ ਸੀ। ਜੇ ਕੁਮਾਰ ਵਿਸ਼ਵਾਸ ਤੱਕ ਵੀ ਲੈ ਲਈਏ ਤਾਂ ਸਾਰੇ ਕਿੱਥੇ ਚਲੇ ਗਏ। ਲੇਕਿਨ ਮੈਂ ਗੱਲ ਕਰਨਾ, ਦੇਖੋ ਬਲਬੀਰ ਸਿੰਘ ਰਾਜੇਵਾਲ, ਤੁਸੀਂ ਇੱਕ ਚੀਜ਼ ਗੱਲ ਨੂੰ ਸਮਝੋ। ਰੰਧਾਵਾ ਜੀ ਤੁਸੀਂ ਦੇਖੋ, ਜਦੋਂ ਇਹ ਸਾਰੀਆਂ ਪੋਲੀਟੀਕਲ ਪਾਰਟੀਜ਼ ਪਹਿਲਾਂ ਤੋਂ ਹੀ, ਹਜੇ ਚੋਣਾਂ ਤਾਂ ਅੱਜ ਵੀ ਹਜੇ ਅਨਾਉਂਸ ਨਹੀਂ ਹੋਈਆਂ, ਅੱਜ ਵੀ ਹਜੇ ਐਲਾਨੀਆਂ ਜਾਣੀਆਂ, ਬਹੁਤ ਦੇਰ ਪਹਿਲਾਂ ਇਹਨਾਂ ਨੇ ਆਪਣਾ ਚੋਣ ਜਿਹੜਾ ਪ੍ਰਚਾਰ ਸੀ ਉਹ ਜਾਰੀ ਕਰਤਾ ਸੀ, ਸ਼ੁਰੂ ਕਰਤਾ ਸੀ। ਤੇ ਕਿਸਾਨਾਂ ਨੇ ਇੱਕ ਬੈਠਕ ਸੱਦੀ ਸੀ ਕਿ ਸਾਰੀਆਂ ਪੋਲੀਟੀਕਲ ਪਾਰਟੀ ਸਾਡੇ ਸਾਹਮਣੇ ਪੇਸ਼ ਹੋਣ। ਬਤੌਰ ਪ੍ਰਧਾਨ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਇਹਨਾਂ ਅੱਗੇ ਪੇਸ਼ ਹੋ ਕੇ ਆ ਕੇ ਕਹਿੰਦੇ ਆ, ਇਹਨਾਂ ਨੂੰ ਭਰੋਸੇ 'ਚ ਲੈਂਦੇ ਆ ਕਿ ਕੋਈ ਗੱਲ ਨਹੀਂ, ਅਸੀਂ ਧਿਆਨ ਰੱਖਾਂਗੇ, ਅਸੀਂ ਜਿੰਨੀਆਂ ਵੀ ਜਿਹੜੀਆਂ ਰੈਲੀਆਂ ਜਾਂ ਸਾਡੇ ਇਕੱਠ ਕਰਾਂਗੇ ਉਹ ਤੁਹਾਡੇ ਨਾਲ ਸਹਿਮਤੀ ਬਣਾ ਕੇ ਕਰਾਂਗੇ। ਇੰਨੀ ਪਾਵਰ ਇਹ ਇਜਾਦ ਕਰ ਚੁੱਕੇ ਸੀ, ਇੰਨੇ ਪਾਵਰਫੁਲ ਜਾਂ ਇਹ ਤਾਕਤਵਰ ਹੋ ਚੁੱਕੇ ਸੀ। ਉਹ ਤਾਕਤ ਜਦੋਂ ਤੁਸੀਂ ਇੱਕ ਐਮਐਲਏ ਬਣ ਜਾਂਦੇ ਹੋ, ਖੈਰ ਮੁੱਖ ਮੰਤਰੀ ਬਣਨ ਦੀ ਤਾਂ ਬਹੁਤ ਬਾਅਦ ਦੀ ਗੱਲ ਆ, ਉਹ ਤਾਕਤ ਤੁਹਾਡੇ 'ਚ ਨਹੀਂ ਰਹਿੰਦੀ। ਬਹੁਤ ਸਾਰੇ ਮਸਲੇ ਕੇਂਦਰ ਦੀਆਂ ਤੁਸੀਂ ਦੇਖੋ, ਕੇਂਦਰ ਨੇ ਲਗਾਤਾਰ ਗੱਲਬਾਤ ਜਾਰੀ ਰੱਖੀ, ਕੇਂਦਰ ਦੇ ਪ੍ਰਧਾਨ ਮੰਤਰੀ ਤੱਕ। ਇਹ ਹੁਣ ਇੱਕ ਇਤਿਹਾਸ ਬਣ ਚੁੱਕਾ, ਹਿਸਟਰੀ ਬਣ ਚੁੱਕੀ ਹੈ। ਹੁਣ ਗੱਲ ਆਉਂਦੀ ਹੈ ਜਿਹੜੀ ਤੁਸੀਂ ਗੱਲ ਕੀ ਹੈ, ਸਮੀਕਰਨ ਕਦੋਂ ਬਦਲ ਜਾਂਦੇ ਆ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ। ਔਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਅਰਵਿੰਦ ਕੇਜਰੀਵਾਲ, ਹਾਲਾਂਕਿ ਸਨ 2013 ਦੇ ਵਿੱਚ ਉਹ ਪੋਲਿਟਿਕਸ ਚ ਆਉਂਦੇ ਆ ਤੇ ਪਹਿਲੀ ਵਾਰੀ ਆ ਕੇ ਮੁੱਖ ਮੰਤਰੀ ਬਣਦੇ, ਚਾਹੇ 49 ਦਿਨ ਲਈ ਬਣਦੇ ਸੀ ਉਦੋਂ। ਉਸ ਤੋਂ ਬਾਅਦ ਇੰਨੇ ਸਾਲਾਂ ਦੇ ਵਿੱਚ ਉਹ, ਮੈਨੂੰ ਲੱਗਦਾ, ਰਾਜਨੀਤੀ ਨੂੰ, ਸਿਆਸਤ ਨੂੰ ਬਹੁਤ ਭਲੀ ਭਾਂਤੀ ਉਹ ਸਮਝਦੇ ਆ। ਬੜੇ ਜਿਹੜਾ ਉਹਨਾਂ ਦਾ ਸਿਆਸੀ ਕੱਦ ਆ ਉਹ ਵੈਸੇ ਵੀ ਇਸ ਟਾਈਮ ਬਹੁਤ ਉੱਭਰ ਗਿਆ, ਤੇ ਉਹ ਇਹਨਾਂ ਛੋਟੀ-ਛੋਟੀਆਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਵਿਚਾਰਦੇ ਆ। ਉਹਨਾਂ ਨੂੰ ਵੀ ਪਤਾ ਕਿ ਕੱਲ ਨੂੰ ਜੇ ਸਾਡੇ ਨਾਲ ਕਿਸੇ ਤਰ੍ਹਾਂ ਦੇ ਮਤਭੇਦ ਹੋ ਗਏ ਤੇ ਇਹੀ ਬਲਬੀਰ ਸਿੰਘ ਰਾਜੇਵਾਲ ਦਾ ਜਿਹੜਾ ਗਰੁੱਪ ਆ ਕਿਸੇ ਹੋਰ ਪਾਰਟੀ ਨਾਲ ਵੀ ਸਹਿਮਤੀ ਬਣਾ ਕੇ ਆਪਣੀ ਸਰਕਾਰ ਬਣਾ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਦਾ ਕਿ ਕੱਲਾ ਇਹੀ ਗੱਲ ਨਹੀਂ ਹੈ। ਭਗਵੰਤ ਮਾਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਜਿਹੜੇ ਐਮਪੀ ਨੇ ਸੰਗਰੂਰ ਦੇ, ਉਹਨਾਂ ਨੂੰ ਵੀ ਸਾਧਣਾ। ਤੁਸੀਂ ਦੇਖੋ, ਇਹ ਗੱਲ ਬਾਅਦ ਚ ਆਪਾਂ ਕਰ ਲਾਂਗੇ, ਉਹਨਾਂ ਦੇ ਦਰਾਂ ਮੂਰੇ, ਉਹਨਾਂ ਦੇ ਘਰ ਮੂਰੇ ਤਾਂ ਹੁਣ ਧਰਨੇ ਵੀ ਲੱਗਣੇ ਸ਼ੁਰੂ ਹੋ ਗਏ। ਨਹੀਂ, ਇਹ ਗੱਲ ਤੁਸੀਂ ਕਰੋ ਕਿ ਭਗਵੰਤ ਮਾਨ ਦੇ ਘਰ ਮੂਰੇ ਧਰਨਾ ਕਿਸ ਗੱਲ ਦਾ ਲੱਗਿਆ ਕਿ ਭਗਵੰਤ ਮਾਨ ਨੂੰ ਟਿਕਟ ਦਿਓ। ਭਗਵੰਤ ਮਾਨ ਸੰਗਰੂਰ ਤੋਂ ਲੜਨ, ਉਹ ਕਹਿੰਦੇ ਅਸੀਂ ਆਪਣਾ ਬੰਦਾ ਮੁੱਖ ਮੰਤਰੀ ਬਣਾਉਣਾ। ਹਾਂਜੀ, ਦੇਖੋ ਲੱਗਾ ਤਾਂ ਇਸ ਕਰਕੇ ਆ ਕਿ ਜਿਹੜੇ ਸੰਗਰੂਰ ਤੋਂ ਕੈਂਡੀਡੇਟ ਜਿਹੜੇ ਅਨਾਉਂਸ ਕੀਤੇ ਗਏ ਆ, ਐਲਾਨੇ ਗਏ ਆ, ਨਰਿੰਦਰ ਸਿੰਘ ਭਰਾਜ, ਮੇਰੇ ਖਿਆਲ ਉਹਨਾਂ ਦਾ ਇਹੀ ਨਾਮ ਹੈ। ਨਹੀਂ, ਨਰਿੰਦਰ ਕੌਰ ਭਰਾਜ ਜੀ। ਅੱਛਾ, ਮਾਫੀ ਚਾਹੁੰਦਾ, ਨਰਿੰਦਰ ਕੌਰ ਭਰਾਜ। ਤੁਸੀਂ ਦੇਖੋ ਰੰਧਾਵਾ ਜੀ, ਉਹਨਾਂ ਦਾ ਨਾਮ ਡਿਕਲੇਅਰ ਕਰ ਦਿੱਤਾ ਗਿਆ ਤੇ ਉਹਨਾਂ ਦੇ ਸੰਗਰੂਰ, ਮੈਂ ਭਗਵੰਤ ਮਾਨ ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਦੇ ਦਰਾਂ ਮੂਰੇ ਧਰਨੇ ਲਾਤੇ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨਾਲ। ਉਹ ਕਹਿੰਦੇ ਜਾਂ ਤਾਂ ਤੁਸੀਂ ਆਪ ਚੋਣ ਲੜੋ ਤੇ ਨਹੀਂ ਤਾਂ ਇਸ ਕੈਂਡੀਡੇਟ ਨੂੰ ਬਦਲ ਦਿਓ। ਦੇਖੋ ਇਹ ਗੱਲ ਦੋਨੇ ਪਾਸੇ ਆ। ਉਹ ਕਹਿੰਦੇ ਕਿਸੇ ਹੋਰ ਸੀਨੀਅਰ ਆਗੂ ਨੂੰ ਦੇ ਦਿਓ। ਗੱਲ ਇੱਥੇ ਇਹ ਨਹੀਂ ਆ, ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਕਰੋ, ਜਦੋਂ ਅਰਵਿੰਦ ਕੇਜਰੀਵਾਲ ਆਏ ਸੀ ਤੇ ਭਗਵੰਤ ਮਾਨ ਹੋਣਾ ਦੇ ਹੱਕ ਦੇ ਵਿੱਚ ਨਾਅਰੇ ਲੱਗ ਗਏ ਸੀ, ਤੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਉਹਨਾਂ ਨੂੰ ਛੱਡਣ ਤੱਕ ਨਹੀਂ ਸੀ ਗਏ ਤੇ 에ਅਰਪੋਰਟ ਤੇ ਵੀ ਨਹੀਂ ਸੀ ਗਏ। ਉਸ ਵੇਲੇ ਵੀ ਡਿਫਰੈਂਸਿਸ ਉੱਭਰੇ ਸੀ। ਤੇ ਇਸ ਟਾਈਮ ਪੰਜਾਬ ਦੇ ਬਹੁਤ ਸਾਰੇ ਵਲੰਟੀਅਰਸ ਨੇ ਆਮ ਆਦਮੀ ਪਾਰਟੀ ਦੇ, ਉਹ ਚਾਹੁੰਦੇ ਆ ਕਿ ਭਗਵੰਤ ਮਾਨ ਨੂੰ ਘੱਟੋ ਘੱਟ, ਜੇ ਤੁਹਾਡੇ ਕੋਲ ਕੈਂਡੀਡੇਟ ਕੋਈ ਨਹੀਂ ਮਿਲ ਰਿਹਾ
ਜਾਂ ਪੱਕਾ ਨਹੀਂ ਹੋ ਰਿਹਾ ਤਾਂ ਭਗਵੰਤ ਮਾਨ ਨੂੰ ਤਾਂ ਡਿਕਲੇਅਰ ਕਰ ਦਿਓ। ਕਮ ਸੇ ਕਮ ਅਸੀਂ ਲੋਕਾਂ ਨੂੰ ਇਹ ਤਾਂ ਕਹਿ ਸਕੀਏ ਕਿ ਸਾਡੇ ਕੋਲ ਹੁਣ ਕੈਂਡੀਡੇਟ ਮੁੱਖ ਮੰਤਰੀ ਦਾ ਆ ਗਿਆ। ਲੇਕਿਨ ਜੇ ਤੁਸੀਂ ਦੂਸਰੇ ਧਿਰਾਂ ਦੇ ਵਿੱਚ ਹੀ ਦੇਖੀ ਜਾਓਗੇ ਤੇ ਫਿਰ ਤੁਹਾਡੀ ਕਾਬਲੀਅਤ ਤੇ ਵੀ ਲੋਕਾਂ ਨੂੰ ਸ਼ੱਕ ਹੁੰਦਾ। ਸ਼ੱਕ ਸ਼ੁਬੇ ਇਸ ਕਰਕੇ ਪੈਦਾ ਹੁੰਦੇ ਕਿ ਕੀ ਇੰਨੇ ਸਾਲਾਂ 'ਚ ਤੁਸੀਂ ਪੰਜਾਬ ਦਾ ਕੋਈ ਚੰਗਾ ਚਿਹਰਾ ਮੁੱਖ ਮੰਤਰੀ ਵਜੋਂ ਨਹੀਂ ਥਾਪ ਸਕੇ ਜਾਂ ਨਹੀਂ ਲੱਭ ਸਕੇ। ਇਸ ਕਰਕੇ ਵੀ ਉਹ ਚਾਹੁੰਦੇ ਆ ਕਿ ਕੋਈ ਨਾ ਕੋਈ ਜਲਦੀ, ਸੋ ਇਸ ਕਰਕੇ ਇਹ ਸਾਰੇ ਸਮੀਕਰਨ, ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਵੇਖਣੀਆਂ ਪੈਣਗੀਆਂ। ਜੀ ਰੰਧਾਵਾ ਜੀ। ਅੱਛਾ, ਕੱਲ ਸ਼ਾਮ ਨੂੰ ਬੈਠੇ ਜਾਖੜ ਸਾਹਿਬ, ਚੌਧਰੀ ਸੁਨੀਲ ਕੁਮਾਰ ਜਾਖੜ ਜਦੋਂ ਬੈਠੇ ਕੰਪੇਨ ਕਮੇਟੀ ਦੇ ਚੇਅਰਮੈਨ ਵਜੋਂ, ਤੇ ਹੌਲੀ ਹੌਲੀ ਮੈਂਬਰ ਆਉਂਦੇ ਗਏ। ਸਭ ਤੋਂ ਪਹਿਲਾਂ ਚੰਨੀ ਸਾਹਿਬ ਆ ਗਏ, ਅੱਧਾ ਕੁ ਘੰਟਾ ਇੰਤਜ਼ਾਰ ਕਰਾਉਣ ਤੋਂ ਬਾਅਦ ਸਿੱਧੂ ਸਾਹਿਬ ਵੀ ਪ੍ਰਗਟ ਹੋ ਗਏ। ਜਦੋਂ ਸਿੱਧੂ ਸਾਹਿਬ ਆਉਂਦੇ ਆ ਤੇ ਗੱਲਬਾਤ ਅੱਗੇ ਤੁਰਦੀ ਆ, ਮੇਰੇ ਖਿਆਲ ਸਭ ਤੋਂ ਸੁਖਦ ਦਿਨ ਸੀ ਜਾਖੜ ਸਾਹਿਬ ਲਈ ਕੱਲ, ਵੀ ਉਹਨਾਂ ਨੂੰ ਕਿਸੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ, ਬਹੁਤੇ ਸਿੰਘ ਨਹੀਂ ਫਸੇ, ਹਰ ਮਾਮਲੇ ਤੇ ਸਹਿਮਤੀ ਬਣੀ, ਕੰਪੇਨ ਕਿੱਦਾਂ ਚਲਾਈ ਜਾਵੇ, ਕੀ ਸਾਰੀਆਂ ਗੱਲਾਂ ਹੋਈਆਂ। ਕੱਲ ਫਗਵਾੜੇ ਦੇ ਵਿੱਚ ਵੀ ਚੰਨੀ ਦੀ ਸਿਫਤ ਕੀਤੀ ਸਿੱਧੂ ਸਾਹਿਬ ਨੇ, ਸ਼ਾਇਦ ਉਹਨਾਂ ਨੂੰ ਕਾਫੀ ਚੀਜ਼ਾਂ ਹੁਣ ਸਮਝ ਆਉਣ ਲੱਗ ਗਈਆਂ ਕਿ ਹੁਣ ਇਹ ਰਾਹ ਇਦਾਂ ਹੀ ਚੱਲਣਾ। ਲੇਕਿਨ ਇਸੇ ਦੌਰਾਨ ਦੇ ਵਿੱਚ ਪਿਛਲੇ 2 ਦਿਨ 'ਚ ਜਿਹੜੀ ਉਹਨਾਂ ਦੀ ਵਿਰੋਧਤਾ ਮੰਤਰੀਆਂ ਵੱਲੋਂ ਹੋਈ, ਭਾਵੇਂ ਉਹ ਰਾਣਾ ਗੁਰਜੀਤ ਸੀਗੇ, ਭਾਵੇਂ ਆਸ਼ੂ ਸੀਗੇ, ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੱਲ ਇੱਕ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਹੁਣ ਇਹ ਸਾਰੇ ਦੌਰਾਨ ਦੇ ਵਿੱਚ ਰਵਨੀਤ ਬਿੱਟੂ ਇੱਕ ਐਸਾ ਚਿਹਰਾ ਸੀ ਜਿਹਨੇ ਬਹੁਤ ਖੂਬ ਬੋਲਿਆ। ਇਹ ਸਾਰੇ ਬੰਦੇ ਕੱਲ ਉੱਥੇ ਸੀਗੇ, ਮੇਰੇ ਖਿਆਲ ਰੰਧਾਵਾ ਸਾਹਿਬ ਨੂੰ ਛੱਡ ਕੇ ਜਿਹੜੇ ਬਾਕੀ ਲੋਕ ਸੀਗੇ, ਜਿਨ੍ਹਾਂ ਦੇ ਵਿੱਚ ਚੰਨੀ ਵੀ ਸੀਗੇ। ਕੀ ਕੱਲ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਵਿਰੋਧਾਂ ਦਾ ਜ਼ਿਕਰ ਇਸ ਕਰਕੇ ਨਹੀਂ ਛੇੜਿਆ ਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਕੋਈ ਕੀ ਬੋਲਦਾ, ਜਾਂ ਜਿਹੜੇ ਇਹਨਾਂ ਦੇ ਆਪਸੀ ਵਿਰੋਧ ਆ ਉਹਨਾਂ ਨੂੰ ਪਾਸੇ ਰੱਖਤਾ ਗਿਆ, ਜਾਂ ਉਹ ਵਿਰੋਧ ਕਾਇਮ ਰੱਖਦਿਆਂ ਜਿਹੜੀ ਪ੍ਰਚਾਰ ਚੱਲਣਾ, ਜਾਂ ਇਹਨਾਂ ਨੇ ਆਪਣੇ ਆਪ ਨੂੰ ਹਾਈ ਕਮਾਂਡ ਤੇ ਸਾਰਾ ਕੁਝ ਛੱਡਤਾ? ਮੈਨੂੰ ਹੁਣ ਇਹ ਜ਼ਰੂਰ ਦੱਸਿਓ ਕਿ ਅੰਦਰ ਸਹਿਮਤੀ ਬਣੀ ਆ ਕਿ ਪ੍ਰਚਾਰ ਕਿਵੇਂ ਹੋਵੇ ਔਰ ਕਦੋਂ ਤੋਂ ਸ਼ੁਰੂ ਕਰਨਾ ਹੈ ਔਰ ਉਹਦਾ ਤਰੀਕਾ ਕੀ ਆ, ਉਹਦੇ ਲਈ ਪੋਸਟਰ ਕਿਹੋ ਜਿਹੇ। ਹੁਣ ਇਹ ਸਾਰੀਆਂ ਗੱਲਾਂ ਬਹੁਤ ਧਰਾਤਲੀ ਨੇ, ਇਹ ਤਾਂ ਸਿੰਪਲ ਕੋਈ 2-4 ਬੰਦੇ ਬਹਿ ਕੇ ਵੀ ਕਰ ਸਕਦੇ ਆ, ਪਰ ਇਹਨਾਂ ਦਾ ਇਕੱਠਿਆਂ ਬਹਿਣਾ ਤੇ ਠੀਕ ਠਾਕ ਰਹਿਣਾ, ਲੇਕਿਨ ਆਮ ਹਾਲਾਤਾਂ ਦੇ ਵਿੱਚ ਠੀਕ ਠਾਕ ਸਭ ਨਜ਼ਰ ਨਾ ਆਉਣਾ, ਇੱਕ ਦੂਜੇ ਦੀ ਆਲੋਚਨਾ ਸਿੱਧੇ ਤਰੀਕੇ ਨਾਲ ਕਰਨਾ, ਤੁਸੀਂ ਇਹਨੂੰ ਕਿਵੇਂ ਲਓਗੇ ਕਿ ਸਭ ਠੀਕ ਹੋ ਰਿਹਾ, ਜਾਂ ਅੰਦਰ ਸ਼ਾਂਤੀ ਆ ਤੂਫਾਨ ਤੋਂ ਪਹਿਲਾਂ ਵਾਲੀ? ਇਹ ਸ਼ਾਂਤੀ ਨੂੰ ਤੂਫਾਨ ਆਉਣ ਦਾ ਸੂਚਕ ਮੰਨ ਲਈਏ? ਦੇਖੋ ਰੰਧਾਵਾ ਜੀ, ਮੈਨੂੰ ਯਾਦ ਆ ਜਦੋਂ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਅਸਤੀਫਾ ਦਿੱਤਾ ਸੀ ਆਪਣੀ ਪ੍ਰਧਾਨਗੀ ਤੋਂ, ਤੇ ਜਿਸ ਚਿੱਠੀ ਦਾ ਉਹਨਾਂ ਨੇ ਮੈਂ ਜ਼ਿਕਰ ਕਰਨ ਲੱਗਾ, ਜਿਹੜੀ ਚਿੱਠੀ ਲਿਖੀ ਸੀ ਉਹ 'ਚ ਗੱਲ ਕਹੀ ਸੀ ਕਿ ਜੇ ਤੁਸੀਂ ਇੱਕ ਸਮਝੌਤਾ ਕਰ ਲਓ ਤਾਂ ਤੁਹਾਨੂੰ ਬਾਰ-ਬਾਰ ਸਮਝੌਤੇ ਕਰਨੇ ਪੈਂਦੇ ਆ। ਉਹ ਕਹਿੰਦੇ ਕਿ ਮੈਂ ਰਾਜਨੀਤੀ ਦੇ ਵਿੱਚ ਸਮਝੌਤਾ ਨਹੀਂ ਕੀਤਾ। ਤੇ ਜਿਹੜੀ ਦੂਸਰੀ ਗੱਲ ਉਹਨਾਂ ਨੂੰ ਮੈਨੂੰ ਲੱਗਦਾ ਸਮਝ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਜੇ ਇਕੱਠੇ ਰਵਾਂਗੇ ਤਾਂ ਇਲੈਕਸ਼ਨਾਂ ਜਿੱਤਾਂਗੇ, ਚੋਣਾਂ ਜਿੱਤਾਂਗੇ, ਨਹੀਂ ਤਾਂ ਸਾਡੀ ਸਰਕਾਰ ਨਹੀਂ ਬਣਨੀ, ਤੇ ਫਿਰ ਕਿਹੜਾ ਪ੍ਰਧਾਨ ਤੇ ਕਿਹੜਾ ਮੁੱਖ ਮੰਤਰੀ। ਇਹ ਗੱਲਾਂ ਉੱਥੇ ਧਰੀਆਂ ਰਹਿ ਜਾਣਗੀਆਂ। ਇਹ ਗੱਲ ਉਹਨਾਂ ਨੂੰ ਸਮਝ ਆਉਣ ਲੱਗ ਪਈ ਆ। ਦੇਖੋ ਤੁਸੀਂ ਇੱਕ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਸਮਝੋ ਇਸ ਪੋਲਿਟਿਕਸ ਦੇ ਵਿੱਚ। ਜਦੋਂ ਤੋਂ ਆਏ ਆ, ਜੇ ਅੱਜ ਕੈਪਟਨ ਜਿਹੜੇ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ, ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਆ। ਜੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ, ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਆ। ਜੇ ਤੁਸੀਂ ਦੇਖੋ ਐਡਵੋਕੇਟ ਜਨਰਲ ਜਾਂ ਡੀਜੀਪੀ ਬਦਲੇ ਜਾਂਦੇ ਆ, ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਆ। ਜੇ ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੁੰਦੀ ਆ, ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ। ਜੇ ਤਮਾਮ ਤੁਸੀਂ ਦੇਖੋ ਘਟਨਾਕ੍ਰਮ ਜਿਹੜਾ ਏਜੰਡਾ ਸੈੱਟ ਹੋ ਰਿਹਾ, ਉਹਦੇ ਪਿੱਛੇ ਕਿਤੇ ਨਾ ਕਿਤੇ ਖੜੇ ਆ। ਤੇ ਜਿਹੜੇ ਕਾਂਗਰਸੀ ਲੀਡਰ ਆ, ਉਹਨਾਂ ਨੂੰ ਵੀ ਪਤਾ ਕਿ ਜਿਸ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਮਜ਼ਬੂਤੀ ਫੜ ਰਹੇ ਆ, ਇਹਦੇ ਨਾਲ ਉਹਨਾਂ ਦਾ ਜਿਹੜਾ ਪੋਲੀਟੀਕਲ ਕਰੀਅਰ ਆ, ਉਹਨਾਂ ਨੂੰ ਐਕਚੁਅਲੀ ਆਪਣੀ ਚਿੰਤਾ ਲੱਗ ਗਈ ਆ ਕਿ ਸਾਡਾ ਕੀ ਬਣੂ। ਅਸੀਂ ਤਾਂ ਬਹੁਤ ਦੇਰ ਤੋਂ ਕਾਂਗਰਸ ਦੇ ਵਿੱਚ ਬੈਠੇ ਆ, ਤੇ ਇਹ ਕੱਲ ਨੂੰ 5 ਸਾਲ ਪਹਿਲਾਂ ਆ ਕੇ ਇੰਨੇ ਪਾਵਰਫੁਲ ਹੋ ਗਿਆ ਕਿ ਅੱਜ ਉਹ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਆ। ਸੋ ਇਸ ਕਰਕੇ ਇੱਕ ਤਾਂ ਮੈਂ ਤੁਹਾਨੂੰ ਗੱਲ ਕਰਾਂ ਕਿ ਅੰਦਰੋਂ ਵਿਰੋਧ ਆ, ਦੂਸਰੇ ਪਾਸੇ ਜੇ ਹਜੇ ਤੱਕ ਵਿਰੋਧੀ ਪਾਰਟੀਆਂ ਕਿਸੇ ਤਰ੍ਹਾਂ ਦਾ ਕਾਂਗਰਸ ਦਾ ਵਿਰੋਧ ਕਰ ਰਹੇ ਆ, ਉਹ ਇਸੇ ਗੱਲ ਤੇ ਕਰ ਰਹੇ ਕਿ ਦੇਖੋ ਜੀ ਇਹ ਤਾਂ ਆਪਸ 'ਚ ਲੜੇ ਫਿਰਦੇ ਆ, ਇਹਨਾਂ ਦੇ ਵਿੱਚ ਤਾਂ ਆਪਸ 'ਚ ਨਹੀਂ ਬਣਦੀ, ਇਹ ਕੀ ਕਿਸੇ ਦਾ ਸਵਾਰਨਗੇ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਵੀ ਐਲਾਨਜੀਤ ਸਿੰਘ ਕਿਹਾ ਜਾਂਦਾ, ਉਹ ਵੱਖਰੀ ਗੱਲ ਆ, ਲੇਕਿਨ ਨਾਲ ਦੇ ਨਾਲ ਸਭ ਤੋਂ ਵੱਡੇ ਦੋਸ਼ ਇਹਨਾਂ ਤੇ ਇਹ ਲੱਗਦੇ ਆ ਕਿ ਇਹ ਆਪਸ ਦੇ ਵਿੱਚ ਰਲ ਕੇ ਨਹੀਂ ਚੱਲਦੇ। ਚਾਹੇ ਸੁਨੀਲ ਜਾਖੜ ਆ, ਚਾਹੇ ਨਵਜੋਤ ਸਿੰਘ ਸਿੱਧੂ ਆ, ਚਾਹੇ ਸੁਖਜਿੰਦਰ ਸਿੰਘ ਰੰਧਾਵਾ, ਚਾਹੇ ਚਰਨਜੀਤ ਸਿੰਘ ਚੰਨੀ, ਤਮਾਮ ਤੁਸੀਂ ਲੈ ਲਓ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ, ਰਵਨੀਤ ਸਿੰਘ ਬਿੱਟੂ, ਇਹਨਾਂ ਸਾਰਿਆਂ ਦੇ ਜਿਹੜੇ ਬਿਆਨ ਆਉਂਦੇ, ਈਵਨ ਮਨੀਸ਼ ਤਿਵਾੜੀ ਦਾ ਵੀ ਮੈਂ ਇੱਥੇ ਨਾਮ ਲਊਂਗਾ, ਇਹਨਾਂ ਦੇ ਬਿਆਨ ਬੜੇ ਕ੍ਰਿਟੀਕਲ ਆਉਂਦੇ ਆਪਣੀ ਹੀ ਜਿਹੜੀ ਕਾਂਗਰਸ ਪਾਰਟੀ ਬਾਰੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਇਹਨਾਂ ਤੇ ਅਕਸਰ ਹਮਲੇ ਕਰਦੀਆਂ ਰਹਿੰਦੀਆਂ। ਇੱਥੋਂ ਤੱਕ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ FIR ਕੀਤੀ, ਉਹ ਵੀ ਵਿਰੋਧੀ ਪਾਰਟੀਆਂ ਕਹਿੰਦੀ ਇਹ ਤਾਂ ਕਹਿੰਦੇ ਡਰਾਮਾ, ਇਹ ਤਾਂ ਸਟੰਟ ਆ। ਸੋ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਸ਼ਾਇਦ ਸਮਝ ਹੁਣ ਆ ਰਹੀ ਆ ਕਿ ਜੇ ਰਲ ਕੇ ਚੱਲਾਂਗੇ, ਇਕੱਠੇ ਹੋ ਕੇ ਬੈਠਾਂਗੇ, ਸਿਰ ਜੋੜ ਕੇ ਬੈਠਾਂਗੇ, ਤਾਂ ਹੀ ਸਾਡੀ ਕੋਈ ਗੱਲ ਬਣਨੀ ਆ। ਨਹੀਂ ਤਾਂ
ਜੋ ਵੀ ਹਜੇ ਤੱਕ ਸਾਨੂੰ ਇਨੀਸ਼ੀਏਟਿਵ ਮਿਲ ਰਿਹਾ ਜਾਂ ਲੋਕਾਂ ਤੋਂ ਸਮਰਥਨ ਮਿਲ ਰਿਹਾ, ਉਹ ਬਿਲਕੁਲ ਖੇਰੂ ਖੇਰੂ ਹੋ ਜਾਣਾ। ਸਾਡੀ ਸਰਕਾਰ ਨਹੀਂ ਆਉਣੀ, ਕਿਉਂਕਿ ਪਰਫਾਰਮੈਂਸ ਕਾਂਗਰਸ ਕੋਲੇ ਕੋਈ ਬਹੁਤ ਵਧੀਆ ਨਹੀਂ ਹੈ। ਅਸੀਂ 4.5 ਸਾਲ, ਪੌਣੇ 5 ਸਾਲ ਜੋ ਇਸ ਟਾਈਮ ਜਿਹੜੇ ਐਲਾਨ ਕੀਤੇ, ਜ਼ਰੂਰ ਉਹਨਾਂ ਨੇ ਨੋਟੀਫਿਕੇਸ਼ਨਸ ਕਰਤੀਆਂ ਹੋਣੀਆਂ, ਲੇਕਿਨ ਪਰਫਾਰਮੈਂਸ ਦੇ ਨਾਂ ਤੇ ਕਾਂਗਰਸ ਕੋਈ ਬਹੁਤ ਜ਼ਿਆਦਾ ਦਾਅਵੇ ਨਹੀਂ ਕਰ ਸਕਦੀ। ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ, ਲੇਕਿਨ ਕੱਲ ਇਹ ਗੱਲ ਕਹੀ ਗਈ ਹੈ ਕਿ ਗੱਲ 3 ਮਹੀਨਿਆਂ ਦੀ ਨਹੀਂ ਕਰਨੀ, ਗੱਲ 5 ਸਾਲਾਂ ਦੀ ਕਰਨੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੇ ਰਹਿ ਗਏ ਸਾਰੇ ਮਾਮਲੇ ਹੱਲ ਕਰਨ ਦਾ ਦਾਅਵਾ ਕਰਨਗੇ, ਜਿਹਦੇ 'ਚ ਸਿਰਫ ਬੇਅਦਬੀ ਮਾਮਲੇ ਹੋਣਗੇ ਜਿਨ੍ਹਾਂ 'ਚ ਕੋਰਟਾਂ ਦੇ ਵਿੱਚ ਪ੍ਰੋਸੀਡਿੰਗਸ ਨੇ। ਬਾਕੀ ਬਿਕਰਮ ਮਜੀਠੀਆ ਤੋਂ ਲੈ ਕੇ ਜਿੰਨੇ ਵੀ ਪ੍ਰੋਮਿਸ ਨੇ ਇਹਨਾਂ ਨੇ ਜਿਹੜੇ ਕਹਿੰਦੇ ਰਹੇ ਆ, ਹਾਲਾਂਕਿ ਇਹ ਨਸ਼ਿਆਂ ਦਾ ਮਾਮਲਾ ਕੋਈ ਮਜੀਠੀਆ ਦਾ ਮਾਮਲਾ ਨਹੀਂ ਗਾ, ਲੇਕਿਨ ਕਾਂਗਰਸੀਆਂ ਨੇ ਬਣਾਇਆ ਤਾਂ ਮਜੀਠੀਆ ਦਾ ਮਾਮਲਾ, ਤੇ ਫਿਰ ਉਹਦੇ 'ਚ ਦਾਅਵਾ ਤਾਂ ਕਰਨਗੇ ਕਿ ਅਸੀਂ ਸਾਰੇ ਹੱਲ ਕਰਕੇ ਚੋਣ ਮੈਨੀਫੈਸਟੋ ਹੱਲ ਕਰਕੇ ਅੱਗੇ ਵਧੇ ਆ। ਭਾਵੇਂ ਰਵਨੀਤ ਬਿੱਟੂ ਕਹਿੰਦੇ ਆ ਸਾਨੂੰ ਤੇ ਫਸਾ ਗਏ ਸੀ, ਪ੍ਰਸ਼ਾਂਤ ਕਿਸ਼ੋਰ ਇੰਜ ਦਾ ਚੋਣ ਮੈਨੀਫੈਸਟੋ ਬਣਾ ਕੇ ਆਪ ਚਲੇ ਗਏ, ਅਸੀਂ ਫਸੇ ਹੋਏ ਆ। ਖੈਰ ਇਹਨੂੰ ਛੱਡ ਦਈਏ। ਜੇ ਤੁਸੀਂ ਇਸੇ ਗੱਲ ਨੂੰ, ਜਿਹੜੀ ਤੁਸੀਂ ਕਿਹਾ ਕਿ ਵਿਰੋਧੀ ਇਹਨਾਂ ਤੇ ਹਮਲਾ ਕਰਦੇ ਆ ਕਿ ਤੁਸੀਂ ਮਜੀਠੀਆ ਵਾਲੀ ਜਿਹੜੀ FIR ਕਮਜ਼ੋਰ ਕੀਤੀ ਆ, ਤੁਸੀਂ ਫੜ ਨਹੀਂ ਰਹੇ ਉਹਨੂੰ, ਇਹ ਰਾਘਵ ਚੱਡਾ ਕਹਿ ਰਿਹਾ, ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ। ਲੇਕਿਨ ਰਾਘਵ ਚੱਡਾ ਤੇ ਵੀ ਇਹ ਸਵਾਲ ਉੱਠ ਜਾਂਦਾ ਕਿ ਇਸੇ ਮਾਮਲੇ 'ਚ ਤੁਹਾਡੇ ਪ੍ਰਮੁੱਖ ਇੱਕ ਲਿਖਤੀ ਮਾਫੀ ਮੰਗ ਚੁੱਕਿਆ। ਦੋਹਰੇ ਮਾਪਦੰਡ ਜਦੋਂ ਵੀ ਰੱਖੋਗੇ, ਉਦੋਂ ਹੀ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਸੀਂ ਆਲੋਚਨਾ ਦਾ ਸ਼ਿਕਾਰ ਹੋਵੋਗੇ। ਮੈਨੂੰ ਹੁਣ ਇਹ ਦੱਸ ਦਿਓ ਕਿ 2 ਮਾਮਲੇ ਸੀ ਰਾਜਪਾਲ ਕੋਲੇ। ਇੱਕ ਤਾਂ ਸੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਆ, ਜਿਹਦੇ ਉੱਤੇ ਚੰਨੀ ਨੇ ਕਿਹਾ ਸੀ ਸਾਰੀ ਕੈਬਨਿਟ ਲੈ ਕੇ ਅਸੀਂ ਗਵਰਨਰ ਹਾਊਸ ਦੇ ਵਿੱਚ ਧਰਨਾ ਵੀ ਦੇ ਸਕਦੇ ਹਾਂ ਜੇ ਸਾਡੀ ਫਾਈਲ ਕਲੀਅਰ ਨਾ ਹੋਈ। ਰਾਜਪਾਲ ਨੇ ਕਿਹਾ ਅਸੀਂ 31 ਨੂੰ ਵਾਪਸ ਭੇਜਤੀ ਆਬਜੈਕਸ਼ਨ ਲਾ ਕੇ, ਸਾਡੇ ਤੇ ਐਵੇਂ ਦੋਸ਼ ਨਾ ਲਾਓ। ਹੁਣ ਵੇਖਣ ਵਾਲੀ ਗੱਲ ਆ ਕਿ ਇਹ ਵੀ ਕਾਫੀ ਇਸ਼ਤਿਹਾਰ ਲਾ ਕੇ ਉਹਦੇ ਤੇ ਪ੍ਰਸਿੱਧੀ ਖੱਟ ਚੁੱਕੇ ਸੀ, ਬਾਅਦ 'ਚ ਪਿਛਲ ਪੈਰੀ ਮੁੜ ਗਏ। ਦੂਜਾ ਮਾਮਲਾ ਜਿਹੜੇ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਸੀ, ਉਹ ਫਾਈਲ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜਤੀ ਆ। ਇਹਨੂੰ ਮੈਂ ਕਿਵੇਂ, ਕਿਸ ਸੰਦਰਭ 'ਚ ਲਵਾਂ? ਇਹ ਕਾਫੀ ਦਿਨਾਂ ਬਾਅਦ ਭੇਜੀ ਆ। ਸ਼ਾਇਦ ਇਹ ਫੈਸਲਾ ਵਿਧਾਨ ਸਭਾ 'ਚ ਹੋਇਆ ਹੋਊਗਾ ਜਾਂ ਮੁੱਖ ਮੰਤਰੀ ਨੇ ਕੀਤਾ ਹੈ ਰੱਦ ਕਰਨ ਦਾ। ਇਹ ਹੁਣ ਭੇਜੀ ਆ, ਇਹ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੁੜ ਆਊ ਕਿ ਨਹੀਂ? ਜੇ ਰਾਜਪਾਲ ਕੋਲ ਇੰਨੇ ਦਿਨ ਰਹਿ ਗਈ, ਰਾਸ਼ਟਰਪਤੀ ਤੇ ਬਹੁਤ ਵੱਡੇ ਹੁੰਦੇ ਆ, ਉਹਨਾਂ ਦੇ ਤਾਂ ਬਹੁਤ ਰੁਝੇਵੇਂ ਹੋਣਗੇ, ਦੌਰੇ ਵੀ ਬੜੇ ਹੋਣਗੇ, ਫਾਈਲਾਂ ਦਾ ਢੇਰ ਹੋਊਗਾ। ਆਖਿਰਕਾਰ 125 ਕਰੋੜ ਤੋਂ ਵੱਡਾ ਦੇਸ਼ ਹੈ, ਇੰਨੇ ਮਸਲੇ ਹੁੰਦੇ ਆ। ਕੀ ਕਹਿੰਦੇ ਹੋ? ਦੇਖੋ ਰਾਜਪਾਲ ਸਾਹਿਬ, ਮੈਨੂੰ ਲੱਗਦਾ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਚਰਨਜੀਤ ਸਿੰਘ ਚੰਨੀ ਹੋਣਾ ਨੇ ਬਤੌਰ ਮੁੱਖ ਮੰਤਰੀ, ਤੇ ਉਹਨਾਂ ਨੇ ਰਾਜਪਾਲ ਸਾਹਿਬ ਤੇ ਜਿਹੜੇ तमाम ਦੋਸ਼ ਲਾਏ, ਤੇ ਇੱਥੋਂ ਤੱਕ ਵੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਮੈਨੂੰ ਧਰਨਾ ਪ੍ਰਦਰਸ਼ਨ ਜੇ ਕਰਨਾ ਪਿਆ ਤੇ ਮੈਂ ਜਾ ਕੇ ਫਿਰ ਰਾਜਪਾਲ ਭਵਨ ਵੀ ਘੇਰੂੰਗਾ, ਮੈਂ ਉੱਥੇ ਧਰਨਾ ਵੀ ਦਊਂਗਾ। ਇਸ ਗੱਲ ਨੂੰ ਲੈ ਕੇ ਉਹ ਸਫਾਈ ਜ਼ਰੂਰ ਦੇਣ ਆਇਆ, ਲੇਕਿਨ ਸਫਾਈ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਤਰਕ ਆ ਉਹ ਬਹੁਤ ਢਿੱਲੇ ਆ। ਜੇ 11 ਨਵੰਬਰ ਨੂੰ ਇਹ ਬਿੱਲ ਪਾਸ ਹੋ ਜਾਂਦੇ ਆ ਤੇ 11 ਨਵੰਬਰ ਤੋਂ ਬਾਅਦ ਫਿਰ 1 ਦਸੰਬਰ ਨੂੰ ਰਾਜਪਾਲ ਹੋਣਾ ਕੋਲੇ ਚਲੇ ਜਾਂਦੇ ਆ, ਤੇ ਉਸ ਤੋਂ ਬਾਅਦ ਉਹ 31 ਦਸੰਬਰ ਨੂੰ ਫਾਈਲ ਵਾਪਸ ਭੇਜਦੇ ਆ। ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਆ, ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਇਹ 36,000 ਮੁਲਾਜ਼ਮਾਂ ਦੀ ਜਿਹੜੀ ਪੱਕੇ ਹੋਣ ਦੀ ਗੱਲ ਆ, ਉਹਦੇ ਵਿੱਚ ਉਹ ਸਵਾਲ ਇਹ ਚੁੱਕਦੇ ਆ ਕਿ ਤੁਹਾਡੇ ਕੋਲ ਪੈਸੇ ਕਿੱਥੋਂ ਆਉਣਗੇ, ਤੁਸੀਂ ਸਾਨੂੰ ਇਹਦੇ ਵਿੱਚ ਕਰਨਾਟਕਾ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆ ਉਸ ਬਾਰੇ ਦੱਸੋ। ਕਈ ਤਰ੍ਹਾਂ ਦੇ ਉਹ ਸਵਾਲ ਖੜੇ ਕਰਦੇ ਆ। ਕਹਿਣ ਦਾ ਮਤਲਬ ਫਿਰ ਉਹਨਾਂ ਨੇ 1 ਮਹੀਨਾ ਕਿਉਂ ਲਾਤਾ? ਜਿਹੜੀ ਐਕਸਪਲੇਨੇਸ਼ਨ ਰਾਜਪਾਲ ਸਾਹਿਬ ਦੇ ਰਹੇ ਆ ਉਹਦੇ ਵਿੱਚ ਇਹ ਕਹਿ ਰਿਹਾ ਕਿ ਉਹ ਪੰਜਾਬ ਦੌਰੇ ਤੇ ਸੀ। ਦੇਖੋ ਜਿਹੜੇ ਰਾਜਪਾਲ ਨੇ ਉਹ ਪੂਰੇ ਪੰਜਾਬ ਦੇ ਸੰਵਿਧਾਨਕ ਪਦ ਆ ਉਹਨਾਂ ਦਾ, ਤੇ ਉਹਨਾਂ ਨੂੰ ਜਦੋਂ ਬਿੱਲ ਜਾਂਦੇ ਆ, ਕੋਈ ਵੀ ਸਰਕਾਰ ਭੇਜਦੀ ਆ, ਉਹ 1 ਵਾਰੀ 2 ਵਾਰੀ ਵਾਪਸ ਭੇਜ ਸਕਦੇ ਆ, ਉਹਨਾਂ ਤੇ ਸਵਾਲ ਖੜੇ ਕਰ ਸਕਦੇ ਆ, ਲੇਕਿਨ ਤੀਸਰੀ ਵਾਰੀ ਚਾਹੇ ਰਾਸ਼ਟਰਪਤੀ ਹੋਣ ਚਾਹੇ ਗਵਰਨਰ ਹੋਣ, ਉਹਨਾਂ ਨੂੰ ਸਾਈਨ ਕਰਨੇ ਪੈਂਦੇ ਆ। ਇਹ ਸਾਡਾ ਸੰਵਿਧਾਨ ਆ। ਲੇਕਿਨ ਹਾਂ, ਉਹ ਸਵਾਲ ਜ਼ਰੂਰ ਖੜੇ ਸਕਦੇ, ਲੇਕਿਨ ਜਿਹੜਾ ਸਮੇਂ ਕਰਕੇ ਚਰਨਜੀਤ ਸਿੰਘ ਚੰਨੀ ਰੌਲਾ ਪਾ ਰਿਹਾ, ਕਿਉਂਕਿ ਉਹਨਾਂ ਕੋਲੇ ਵੀ ਸਮਾਂ ਨਹੀਂ। ਹੋ ਸਕਦਾ ਜਿਹੜੇ ਪਹਿਲੇ ਵਾਲੇ ਬਿੱਲ ਭੇਜੇ ਜਾਂਦੇ ਹੁਣ, ਜਦੋਂ ਸਰਕਾਰਾਂ ਕੋਲੇ ਪੂਰੇ 5 ਸਾਲ ਹੁੰਦੇ ਆ, ਉਸ ਟਾਈਮ ਸਮਾਂ ਬਹੁਤ ਸਾਰਾ ਲੱਗ ਜਾਂਦਾ ਹੋਵੇ। ਲੇਕਿਨ ਮੈਨੂੰ ਲੱਗਦਾ ਇਸ ਟਾਈਮ ਕਾਂਗਰਸ ਨੂੰ ਵੀ ਉਨੀ ਗੱਲ ਪਈ ਆ। ਲੇਕਿਨ ਰਾਜਪਾਲ ਸਾਹਿਬ ਇਹ ਗੱਲ ਜ਼ਰੂਰ ਕਹਿ ਸਕਦੇ ਕਿ ਸਮਾਂ ਮੇਰੇ ਕੋਲ ਥੋੜਾ ਸੀ, ਮੈਨੂੰ ਵੀ ਥੋੜਾ ਜਿਹਾ ਪੜ੍ਹਨ ਦਾ, ਵਿਚਾਰ ਕਰਨ ਦਾ ਜਾਂ ਸਲਾਹ ਲੈਣ ਦਾ ਜਿਹੜਾ ਉਹ ਸਮਾਂ ਚਾਹੀਦਾ ਸੀ। ਖੈਰ, ਇਹ ਜ਼ਰੂਰ ਦੋਸ਼ ਆ। ਜਿਹੜੀ ਮੇਨ ਗੱਲ ਆ, ਉਹ ਕਹਿੰਦੇ ਜਿਹੜੇ ਬਿਜਲੀ ਦੇ ਸਮਝੌਤੇ ਤੁਸੀਂ ਰੱਦ ਕੀਤੇ ਆ, ਉਹ ਬਿੱਲ ਮੈਂ ਰਾਸ਼ਟਰਪਤੀ ਕੋਲੇ ਜ਼ਰੂਰ ਭੇਜਤੇ। ਔਰ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਰੰਧਾਵਾ ਜੀ, ਕਿ ਜੇ ਇਹਨਾਂ ਕੋਲੇ ਮਹੀਨਾ ਲੱਗ ਜਾਂਦਾ, 1.5 ਮਹੀਨਾ, ਅੱਜ ਤੁਸੀਂ ਦੇਖੋ 3 ਜਨਵਰੀ ਹੋਈ ਆ, ਹਜੇ ਜੇ ਤੁਸੀਂ ਇਸ 31 ਦਸੰਬਰ ਨੂੰ 30 ਦਸੰਬਰ ਨੂੰ ਭੇਜੇ ਆ, ਤੇ ਕਿੰਨੀ ਕੁ ਤੁਸੀਂ ਇਹਦੇ ਵਿੱਚ ਮਾਰਕਾ ਮਾਰ ਲਿਆ। ਸੋ ਸਮਾਂ ਇਸ ਗੱਲ ਦਾ ਇਹ ਕਹਿੰਦਾ ਕਿ ਇਹਨਾਂ ਨੂੰ ਜੇ ਵਕਤ ਸਿਰ ਚੀਜ਼ਾਂ ਹੋ ਜਾਣ ਤਾਂ ਫੇਰ ਇਹ ਵੀ ਕਹਿ ਸਕਦੇ ਆ। ਬਾਕੀ ਤੁਹਾਡੀ ਉਹ ਗੱਲ ਬਿਲਕੁਲ ਠੀਕ ਹੈ ਕਿ ਪਹਿਲਾਂ ਤੁਸੀਂ ਬੋਰਡ ਬੜੀ ਜਲਦੀ ਲਵਾਤੇ ਕਿ ਅਸੀਂ ਜਿਹੜੇ 36,000 ਮੁਲਾਜ਼ਮ ਆ ਉਹ ਪੱਕੇ ਕਰਵਾਤੇ। ਕਮ ਸੇ ਕਮ ਤੁਸੀਂ ਉਹ ਜਿਹੜੇ ਦਸਤਖਤ ਗਵਰਨਰ ਸਾਹਿਬ ਦੇ ਹੋਣ ਦਾ ਇੰਤਜ਼ਾਰ ਕਰ ਸਕਦੇ ਸੀ। ਜੀ ਰੰਧਾਵਾ। ਅਸਲ ਚ ਨਾ ਜੀ, ਬੋਰਡ ਬਣੇ ਹੁੰਦੇ ਆ, ਬੰਦਾ ਕਹਿੰਦਾ ਲਵਾ ਦੋ, ਕੰਮ ਤੇ ਹੋ ਹੀ ਜਾਣਾ। ਬੋਰਡ ਤਾਂ ਬਣਾ ਲਏ ਜਾਂਦੇ, ਜਿੱਦਣ ਫੈਸਲਾ ਕੀਤਾ ਜਾਂਦਾ ਉਦੋਂ ਹੀ ਬੰਦਾ ਸੋਚਦਾ ਵੀ ਆ ਤਾਂ ਕਰਤਾ, ਆਪਾਂ ਲਵਾਓ ਜੀ, ਗੱਲ ਕੋਈ ਨਹੀਂ। ਕਿਉਂਕਿ ਪਬਲਿਕ ਰਿਲੇਸ਼ਨ ਵਾਲੇ ਤਾਂ ਦੁਆਲੇ ਦੁਆਲੇ ਹੀ ਘੁੰਮੀ ਜਾਂਦੇ ਹੋਣੇ ਆ ਨਾ, ਤੇ ਉਹੀ ਤਾਂ ਸਾਰਾ ਇਹਨਾਂ ਦਿਨਾਂ ਚ ਤਾਮ ਝਾਮ ਹੁੰਦਾ।
ਆ ਵੇਖੋ ਜੀ ਨਾ, ਸਥਿਤੀਆਂ ਦਾ ਵਿਅੰਗ ਵੇਖੋ ਜੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਖਰੀ 6 ਮਹੀਨਿਆਂ ਲਈ ਕਿੱਡਾ ਵੱਡਾ ਬਜਟ ਰੱਖਿਆ ਸੀ। ਵਾਹ, ਕਿੰਨੇ ਪੈਸੇ ਰੱਖੇ ਸੀ। ਹੁਣ ਇਹਨੂੰ ਕੌਣ ਟਾਲ ਸਕਦਾ ਹੈ? ਉਹ ਜੀ ਸਾਰੇ ਸੀਐਮ ਚੰਨੀ ਸਾਹਿਬ ਦੇ ਚਿਹਰੇ ਨਾਲ ਅੱਗੇ ਵੱਧ ਗਏ ਪੈਸੇ। ਕਮਾਲ ਆ ਹੈ। 5 ਸਾਲਾਂ ਚ ਕੈਪਟਨ ਸਾਹਿਬ ਨੇ ਇਸ਼ਤਿਹਾਰ ਘੱਟ ਹੀ ਦਿੱਤੇ, ਕਹਿੰਦੇ ਆਖਰੀ ਸਾਲ ਚ ਦਿਆਂਗੇ, ਉਦੋਂ ਚਮਕਦੀ ਹੁੰਦੀ ਫੋਟੋਆਂ ਵੀ ਲਵਾ ਲੀਆਂ ਹੋਣੀਆਂ, ਤੇ ਜੀ ਕੋਈ ਚੈਲ ਚ ਤੇ ਕੋਈ ਕਿਧਰੇ, ਕਹਿੰਦੇ ਹੋਰ ਵੀ ਕਾਫੀ ਜਗ੍ਹਾ ਤੇ ਕੈਪਟਨ ਸਾਹਿਬ ਜਾਂਦੇ ਆਉਂਦੇ ਰਹਿੰਦੇ ਸੀ। ਮੈਂ ਛੱਡ ਦਿੰਦਾ ਇਸ ਗੱਲ ਨੂੰ। ਪਰ ਮੈਨੂੰ ਇਹ ਜੀ ਦੱਸੋ, ਬੜਾ ਰੌਲਾ ਪਿਆ ਸਾਡੇ ਇਸ ਖਿੱਤੇ ਚ ਕਿ ਚੰਡੀਗੜ੍ਹ ਜਿੱਤ ਗਈ ਆਮ ਆਦਮੀ ਪਾਰਟੀ, ਦਿੱਲੀ ਤੋਂ ਬਾਅਦ ਇੱਕ ਹੋਰ ਯੂਟੀ ਤੇ ਉਹਨਾਂ ਦਾ ਕਬਜ਼ਾ। ਹਮ, ਆਪਾਂ ਵੀ ਖਬਰ ਬਣਾਤੀ, ਆਮ ਆਦਮੀ ਹਮ, ਪਾਰਟੀ ਦਾ ਅਸਰ ਪੰਜਾਬ ਤੇ ਕਿੰਨਾ ਹੋਊਗਾ, ਇਹ ਕਿਹੜਾ ਵੋਟ ਬੈਂਕ ਆ ਜਿਹੜਾ ਕੇਜਰੀਵਾਲ ਦੇ ਨਾਲ ਤੁਰਿਆ। ਕਈ ਕੁਝ ਸਮੀਖਿਆਵਾਂ ਹੋ ਗਈਆਂ। ਆ ਭਾਜਪਾ ਵਾਲੇ ਕਹਿੰਦੇ ਯਾਰ ਏਦਾਂ ਨਹੀਂ, ਉੱਤੇ ਅਸੀਂ ਸਰਕਾਰ ਚਲਾਉਂਦੇ ਹੋਈਏ, ਸਾਡੇ ਥੱਲੇ ਦਿੱਲੀ ਦੇ ਵਿੱਚ ਛੋਟੀ ਸਰਕਾਰ ਹੋਵੇ, ਛੋਟੀ ਸਰਕਾਰ ਸਾਡੇ ਨਾਲ ਵੱਡੀ ਹੋ ਜੇ, ਐ ਨਹੀਂ। ਇਹ ਤਾਂ ਉਹ ਖੇਡਣਾ ਕਹਿੰਦੇ ਚੰਗਾ ਨਹੀਂ ਲੱਗਦਾ, ਇਹ ਤਾਂ ਰੋਂਦ ਪੀਣ ਵਾਲੀ ਗੱਲ ਆ। ਕਹਿੰਦੇ ਚਲੋ ਥੋੜਾ ਰੋਂਦ ਪੀ ਲੈਨੇ। ਉਹਨਾਂ ਨੇ ਇੱਕ ਬੰਦਾ ਚੱਕ ਕੇ ਫਿੱਟ ਕਰਤਾ। ਹੁਣ ਇੱਕ ਹਰਪ੍ਰੀਤ ਕੌਰ ਦੇ ਰੂਪ ਚ ਕੌਂਸਲਰ ਆ ਗਏ, 12 ਤੋਂ 13 ਹੋ ਗਏ। ਉਹਨਾਂ ਦੀ ਆਪਣੀ ਮੈਂਬਰ ਪਾਰਲੀਮੈਂਟ ਦੀ ਇੱਕ ਆਪਣੀ ਵੋਟ ਆ, 14 ਹੋ ਗਏ। ਹੁਣ 14 ਤੇ ਖੇਡ ਫਸ ਗਈ। ਹੁਣ ਵੇਖੋ ਅੰਕੜਾ ਕਿਹਦਾ ਵੱਧਦਾ, ਪੁਆਇੰਟ ਕਿਹਨੂੰ ਮਿਲਦਾ, ਨੰਬਰ ਕਿਹਦਾ ਵੱਧਦਾ। ਇਹ ਹੁਣ ਗੇਮ ਬੜੀ ਸੋਹਣੀ ਹੋ ਗਈ। ਸਾਡਾ ਐਨ ਗਵਾਂਢ ਆ ਚੰਡੀਗੜ੍ਹ, ਚੰਡੀਗੜ੍ਹ ਜਾਈਦਾ ਹੈ ਤਾਂ ਪੰਜਾਬ ਵੱਲ ਕੋਸੀਦਾ ਹੈ ਕਿ ਇੱਥੇ ਵੀ ਕੋਈ ਚੰਗਾ ਸਿਸਟਮ ਬਣ ਜੇ। ਤੁਸੀਂ ਹੁਣ ਮੈਨੂੰ ਇਹਦੇ ਉੱਤੇ ਟਿੱਪਣੀ ਦੇ ਦਿਓ। ਬੀਜੇਪੀ ਕਹਿੰਦੀ ਜੇ ਖੇਡਣਾ ਤਾਂ ਚੱਜ ਨਾਲ ਖੇਡਾਂਗੇ, ਉਦਾਂ ਖੇਡਣ ਦਾ ਕੀ ਫਾਇਦਾ, ਫਿਰ ਤੇ ਘਰ ਬਹਿਣਾ ਚੰਗਾ। ਆਮ ਆਦਮੀ ਪਾਰਟੀ ਵਾਲੇ ਕਿੰਨਾ ਕਰੌਲਾ ਪਾਉਣਗੇ ਜੀ, ਦੱਸਿਓ। ਦੇਖੋ, ਭਾਰਤੀ ਜਨਤਾ ਪਾਰਟੀ ਬਾਰੇ ਇਹ ਮਸ਼ਹੂਰ ਹੋ ਚੁੱਕਾ ਕਿ ਉਹ ਚੋਣ ਜਿੱਤਣ ਨਾ ਜਿੱਤਣ, ਸਰਕਾਰ ਜ਼ਰੂਰ ਬਣਾ ਲੈਂਦੇ ਆ। ਇਸ ਚੀਜ਼ ਦਾ ਪ੍ਰਦਰਸ਼ਨ ਉਹਨਾਂ ਨੇ ਗੋਆ ਦੇ ਵਿੱਚ ਵੀ ਕੀਤਾ, ਇਸੇ ਚੀਜ਼ ਦਾ ਪ੍ਰਦਰਸ਼ਨ ਉਹਨਾਂ ਨੇ ਕਰਨਾਟਕ ਦੇ ਵਿੱਚ ਵੀ ਕੀਤਾ, ਇਸੇ ਚੀਜ਼ ਦਾ ਪ੍ਰਦਰਸ਼ਨ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕੀਤਾ। ਤੇ ਯੂਪੀ ਦੀਆਂ ਜਦੋਂ ਪੰਚਾਇਤ ਇਲੈਕਸ਼ਨਾਂ ਹੋਈਆਂ, ਜਿਹੜੀਆਂ ਭਾਜਪਾ ਹਾਰੀ ਸੀ, ਬਾਅਦ ਦੇ ਵਿੱਚ ਇਹਨਾਂ ਨੇ ਪੰਚਾਇਤ ਦੇ ਜਿੰਨੇ ਸਰਪੰਚ ਸੀ ਜਾਂ ਚੇਅਰਮੈਨ ਸੀ, ਸਾਰੇ ਜਿਹੜੇ ਲੋਕਲ ਬਾਡੀਜ਼ ਦੇ, ਉਹ ਇਹਨਾਂ ਨੇ ਆਪਣੇ ਹੀ ਬਣਾ ਲਏ ਸੀ। ਇਹ ਤਾਂ ਗੱਲ ਹੀ ਕੁਛ ਨਹੀਂ। ਚੰਡੀਗੜ੍ਹ ਤਾਂ ਇੱਕ ਸਿਵਿਕ ਬਾਡੀਜ਼ ਦੀ ਪੋਲ ਆ, 35 ਸੀਟਾਂ ਦੀ ਗੱਲ ਆ। ਸੋ ਮੈਨੂੰ ਲੱਗਦਾ ਸੀ ਭਾਜਪਾ ਚਾਹੇ 12 ਸੀਟਾਂ ਜਿੱਤੀ ਹੈ, 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਹੈ, ਤੇ 8 ਸੀਟਾਂ ਮਿਲੀਆਂ ਹੈ ਕਾਂਗਰਸ ਨੂੰ। ਲੇਕਿਨ ਜੀ ਲੋਕਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਕਿ ਮੇਅਰ ਤਾਂ ਭਾਜਪਾ ਹੀ ਬਣਾਊਗੀ, ਔਰ ਇਹ ਗੱਲ ਸੱਚ ਹੁੰਦੀ ਹੁਣ ਲੱਗਦੀ ਵੀ ਆ। ਤੁਸੀਂ ਦੇਖੋ, ਜਿਸ ਤਰ੍ਹਾਂ ਇਹ ਜਿਹੜੇ ਮੀਤ ਪ੍ਰਧਾਨ ਨੇ ਕਾਂਗਰਸ ਦੇ, ਦਵਿੰਦਰ ਸਿੰਘ ਬੱਬਲਾ, ਤੇ ਉਹਨਾਂ ਦੀ ਪਤਨੀ ਜਿਹੜੀ ਕਾਉਂਸਲਰ ਆ ਹਰਪ੍ਰੀਤ ਕੌਰ ਬੱਬਲਾ, ਇਹਨਾਂ ਨੇ ਤਾਂ ਜੁਆਇਨ ਕਰ ਲਿਆ। ਕੱਲ ਮਨੋਹਰ ਲਾਲ ਖੱਟਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ, ਉਹਨਾਂ ਨੇ ਆਪ ਜੁਆਇਨਿੰਗ ਕਰਵਾਈ ਆ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਖਦਸ਼ੇ ਸੀ, ਉਹਨਾਂ ਦੀ ਐਪਰੀਹੈਂਸ਼ਨ ਸੀ ਕਿ ਦੇਖੋ ਜੀ, ਸਾਡੇ ਤਾਂ ਜਿਹੜੇ ਕਾਉਂਸਲਰਸ ਨੇ, ਹੋ ਸਕਦਾ ਉਹ ਖਰੀਦੇ ਜਾਣ। ਮੈਨੂੰ ਲੱਗਦਾ ਹੋ ਸਕਦਾ ਉਹਨਾਂ ਦੇ ਕਾਉਂਸਲਰ ਪਹਿਲਾਂ ਹੀ ਤਿਆਰੀ ਕਰਕੇ ਬੈਠੇ ਹੋਣ ਕਿ ਸਾਨੂੰ ਬੁਲਾਉਣ, ਸਾਨੂੰ ਆਵਾਜ਼ ਤਾਂ ਪਵੇ, ਅਸੀਂ ਚਲੇ ਜਾਈਏ। ਸੋ ਇਹ ਜਿਹੜੀ ਸੱਤਾ ਦੇ ਜਿਹੜੇ ਲਾਲਚ ਨੇ, ਉਹ ਬਹੁਤ ਭਾਰੂ ਨੇ। ਕਾਉਂਸਲਰ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ। ਸੋ ਇਸ ਕਰਕੇ ਇਹ ਸਾਨੂੰ ਜਿਹੜੀ ਕੋਈ ਬਹੁਤ ਜ਼ਿਆਦਾ ਸਰਪ੍ਰਾਈਜ਼ ਜਾਂ ਹੈਰਾਨੀ ਨਹੀਂ ਹੋਏਗੀ ਜੇ ਵਾਕਿਆ ਜਿਹੜੀ ਭਾਜਪਾ ਉਹ ਕੱਲ ਨੂੰ ਆਪਣਾ ਮੇਅਰ ਜਾਂ ਡਿਪਟੀ ਮੇਅਰ ਬਣਾ ਲੈਂਦੀ ਆ। ਇਹੀ ਗੱਲ ਆ ਭਾਜਪਾ ਬਾਰੇ, ਉਹ ਕਹਿੰਦੇ ਹਰ ਚੀਜ਼ ਨਾਲ ਸਮਰੱਥ ਨੇ, ਪਾਵਰ ਆ, ਸੈਂਟਰ ਦੇ ਵਿੱਚ ਪਾਵਰ ਆ, ਮਨੀ ਪਾਵਰ ਦੀ ਕੋਈ ਉਹਨਾਂ ਨੂੰ ਦਿੱਕਤ ਨਹੀਂ ਆ, ਉਹਨਾਂ ਨੂੰ ਮੈਨ ਪਾਵਰ ਦੀ ਕੋਈ ਦਿੱਕਤ ਨਹੀਂ ਆ, ਹਰ ਤਰ੍ਹਾਂ ਸਮਰੱਥਾ। ਤੇ ਇਹੀ ਚੀਜ਼ ਅਸੀਂ ਪੰਜਾਬ 'ਚ ਵੀ ਦੇਖ ਰਹੇ ਹਾਂ ਲਗਾਤਾਰ। ਜੀ ਮੈਂ ਉਹੀ ਗੱਲ ਕਰਨ ਲੱਗਿਆ ਸੀ ਕਿ ਜੇ ਚੰਡੀਗੜ੍ਹ ਦੀ ਚੋਣ ਨਤੀਜੇ ਸਾਨੂੰ ਪ੍ਰਭਾਵਿਤ ਕਰਦੇ ਆ, ਤਾਂ ਫਿਰ ਚੰਡੀਗੜ੍ਹ ਦੇ ਵਿੱਚ ਬਣਨ ਵਾਲੇ ਜੋੜ ਤੋੜ ਵੀ ਤਾਂ ਸਾਨੂੰ ਪ੍ਰਭਾਵਿਤ ਕਰਨਗੇ। ਜੇ ਹੰਗ ਅਸੈਂਬਲੀ ਆਉਂਦੀ ਕੱਲ ਨੂੰ, ਤਾਂ ਗੇਮਸ ਕਿੱਦਾਂ ਦੀ ਹੋਊਗੀ। ਪੰਜਾਬ ਨੇ ਇਹੋ ਜਿਹੇ ਦਿਨ ਬਹੁਤ ਘੱਟ ਵੇਖਿਆ, ਕਿਉਂਕਿ ਪੰਜਾਬ ਫੈਸਲਾਕੁੰਨ ਰੋਲ 'ਚ ਰਿਹਾ। ਕਦੇ ਇੱਕ, ਕਦੇ ਦੂਜਾ, ਕਦੇ ਤੀਜਾ ਬਣਦੀ ਰਹੀ ਸਰਕਾਰ। ਮੈਨੂੰ ਲੱਗਦਾ ਐਤਕੀ ਸਾਰਿਆਂ ਨੂੰ ਰਗੜਨੇ ਪੈਣਗੇ ਹੱਡ ਜ਼ਿਆਦਾ, ਔਰ ਸਰਦੀ ਵੀ ਤਿੱਖੀ ਆ। ਮੈਨੂੰ ਲੱਗਦਾ ਸ਼ਾਇਦ ਥੋੜੀ ਜਿਹੀ ਇਲੈਕਸ਼ਨ ਗਾਂਹ ਹੋ ਜਾਏ ਤੇ ਉਦੋਂ ਤੱਕ ਧੁੱਪਾਂ ਤਿੱਖੀਆਂ ਹੋ ਜਾਣ। ਪਰ ਜੇਕਰ ਤੁਸੀਂ ਬੀਜੇਪੀ ਦੀ ਕਵਾਇਦ ਵੇਖੋਗੇ ਨਾ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ 5 ਤਰੀਕ ਵਾਲਾ ਦਿਨ ਆ, ਅਹਿਮ ਆ। ਕੱਲ ਉਹਨਾਂ ਨੇ ਜਿਹੜੇ ਨਧੜਕ ਸਿੰਘ ਬਰਾੜ ਆ, ਢੀਂਡਸਾ ਦੇ ਬਹੁਤ ਕਰੀਬੀ ਸੀ, ਉਹਨਾਂ ਨੂੰ ਸ਼ਾਮਲ ਕਰਾਇਆ। ਕੱਲ ਉਹਨਾਂ ਦੀ ਜਿਹੜੀ 3 ਪਾਰਟੀਆਂ ਦੀ ਮੀਟਿੰਗ ਹੋਈ ਆ, ਢੀਂਡਸਾ, ਕੈਪਟਨ ਔਰ ਉਹਨਾਂ ਦੀ ਆਪਣੀ ਬੀਜੇਪੀ ਨਾਲ ਸੀਟਾਂ ਦੀ ਲੈਣ ਦੇਣ ਬਾਰੇ ਜਾਂ ਨਿਸ਼ਾਨਦੇਹੀ ਕੈਂਡੀਡੇਟਸ ਦੀ ਕਰਨ ਬਾਰੇ। ਔਰ ਜਿਹੜਾ ਇੱਕ ਬਹੁਤ ਨੀਤੀ ਘਾੜਿਆਂ ਦਾ ਗਰੁੱਪ ਆ, ਉਹ ਇਹ ਵੀ ਤੈਅ ਕਰਨ 'ਚ ਲੱਗਿਆ ਕਿ ਪੰਜਾਬ ਨੂੰ ਪ੍ਰਧਾਨ ਮੰਤਰੀ ਕਿਵੇਂ ਐਡਰੈਸ ਕਰਨ। ਸੋ ਇਹ ਅਹਿਮ ਗੱਲਾਂ ਨੇ। ਇਹਦੇ ਉੱਤੇ ਜਾਂਦੇ ਜਾਂਦੇ ਇੱਕ ਟਿੱਪਣੀ ਦੇ ਜੋ, ਕਿਉਂਕਿ ਅਸੀਂ ਸਮੇਂ ਦੀ ਸੀਮਾ ਅਕਸਰ ਉਲੰਘ ਹੀ ਜਾਂਦੇ ਆ। ਚਲੋ ਉਲੰਘ ਲੈਨੇ, ਅੱਜ ਵੀ ਕਹਿ ਦਿਓ ਕੁਝ। ਜੀ ਬਿਲਕੁਲ, ਸ਼ਾਮਲ ਤਾਂ ਹੋ ਗਏ ਆ। ਮੈਨੂੰ ਲੱਗਦਾ ਜਿਹੜੀ ਪ੍ਰਧਾਨ ਮੰਤਰੀ ਦੀ ਵਿਜ਼ਿਟ ਆ, ਉਹਦੇ ਬਾਰੇ ਜਿਹੜੇ ਰਣਨੀਤੀਕਾਰ ਆ, ਉਹ ਇਸ ਗੱਲ ਤੇ
ਜਿਹੜਾ ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠੇ ਆ ਕਿ ਪੰਜਾਬ ਨੂੰ ਕਿਹੜੇ-ਕਿਹੜੇ ਧੜੇ ਨੂੰ, ਕਿਹੜੇ-ਕਿਹੜੇ ਮਾਸ਼ਰੇ ਨੂੰ, ਭਾਈਚਾਰੇ ਨੂੰ ਅਸੀਂ ਦੇਣਾ ਕੀ ਆ, ਤਾਂ ਕਿ ਉਸ ਵਿੱਚ ਵੱਡੇ ਪੈਕੇਜ ਦੀ ਗੱਲ ਹੋ ਰਹੀ ਹੈ। ਵੈਸੇ ਮੈਂ ਜਾਂਦੇ-ਜਾਂਦੇ ਇੱਕ ਜ਼ਰੂਰ ਗੱਲ ਕਰ ਜਾ, ਸੰਨ 2015 ਦੇ ਵਿੱਚ ਬਿਹਾਰ ਨੂੰ 1,25,000 ਕਰੋੜ ਦਾ ਪੈਕੇਜ ਐਲਾਨਿਆ ਗਿਆ ਸੀ। ਹਜੇ ਤੱਕ ਨੀਤੀਸ਼ ਕੁਮਾਰ ਨੂੰ ਪਤਾ ਨਹੀਂ, ਉਹ ਆ ਗਿਆ। 1000 ਕਰੋੜ ਰੁਪਏ ਦਾ ਪੈਕੇਜ ਵੈਸਟ ਬੰਗਾਲ ਲਈ ਜਦੋਂ ਐਮਫਨ ਕਰਕੇ ਇੱਕ ਸਾਈਕਲੋਨ ਆਇਆ ਸੀ ਮਈ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਐਲਾਨਿਆ ਗਿਆ ਸੀ, ਉਹ ਆ ਗਿਆ। 20 ਲੱਖ ਕਰੋੜ ਦਾ ਪੈਕੇਜ ਜਦੋਂ ਕੋਵਿਡ ਦਾ ਚੱਲ ਰਿਹਾ ਸੀ ਸਮਾਂ, ਮਈ ਦੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਗਿਆ ਸੀ ਕਿ ਉਹ ਆ ਗਿਆ। ਇਸੇ ਤਰ੍ਹਾਂ 18,000 ਕਰੋੜ ਦਾ ਤਾਂ ਪੈਕੇਜ ਖੈਰ ਉੱਤਰਾਖੰਡ ਦਾ ਹੁਣੇ ਹੀ ਉਹਨਾਂ ਨੇ ਐਲਾਨਿਆ। ਸੋ ਐਲਾਨ ਤਾਂ ਪ੍ਰਧਾਨ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਕਰਦੇ ਆ, ਕਿ ਉਹ ਪੈਸਾ ਵਾਕਿਆ ਆ ਜਾਂਦਾ, ਕਿਉਂਕਿ ਬਿਹਾਰ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ, ਉਹਨਾਂ ਦੀ ਰੇਣੂ ਦੇਵੀ ਬੀਜੇਪੀ ਦੀ ਡਿਪਟੀ ਚੀਫ ਮਿਨਿਸਟਰ ਆ, ਉਹ ਕਹਿੰਦੀ ਨਹੀਂ ਜੀ ਸਾਡੇ ਕੋਲ ਤਾਂ ਸਾਰਾ ਆ ਗਿਆ, ਤੇ ਇਹ ਸਪੈਸ਼ਲ ਸਟੇਟਸ ਮੰਗਦੇ ਸੀ ਉੱਥੇ ਬਿਹਾਰ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਐਲਾਨ ਤਾਂ ਬਹੁਤ ਅਹਿਮ ਆ, ਲੇਕਿਨ ਕੀ ਉਹ ਜੇ ਚੋਣਾਂ ਜਿੱਤਦੇ ਆ ਫੇਰ ਹੀ ਆਊਗਾ, ਜਾਂ ਜੇ ਕੋਈ ਹੋਰ ਸਰਕਾਰ ਬਣਦੀ ਆ ਤਾਂ ਵੀ ਸਾਡੇ ਕੋਲ ਆਊਗਾ? ਕਿਉਂਕਿ ਪ੍ਰਧਾਨ ਮੰਤਰੀ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਸਰਕਾਰ ਕੋਈ ਵੀ ਹੋਵੇ। ਲੇਕਿਨ ਅਕਸਰ ਮੈਂ ਪਿਛੋਕੜ ਇਸ ਕਰਕੇ ਦੇ ਰਿਹਾ ਸੀ ਕਿ ਜਦੋਂ ਸਰਕਾਰ ਕੋਈ ਹੋਰ ਬਣ ਜਾਂਦੀ ਆ ਤਾਂ ਪੈਕੇਜ ਕਿਤੇ ਨਾ ਕਿਤੇ ਖਿਲਰ ਜਾਂਦੇ ਨੇ, ਰੁਲ ਜਾਂਦੇ ਨੇ। ਜੀ ਰੰਧਾਵਾ ਜੀ, ਲੋਹੜੀ ਦੇ ਆਸ-ਪਾਸ ਚੋਣ ਜਾਬਤਾ ਲੱਗਣ ਦੀ ਕਨਸੋਆ ਜਿਹੜੀ ਮੇਰੇ ਕੋਲ ਪਹੁੰਚੀ ਸੀ, ਔਰ ਆਪਾਂ ਹਫ਼ਤਾ ਪਹਿਲਾਂ ਇਹ ਗੱਲ ਕਹੀ ਸੀ। ਹੁਣ ਉਸ ਤੋਂ ਪਹਿਲਾਂ ਬੀਜੇਪੀ ਕੀ ਪੰਜਾਬ ਲਈ ਕਰ ਸਕਦੀ ਹੈ, ਜਾਂ ਕੀ ਕਰਨ ਦਾ ਦਾਅਵਾ ਕਰ ਸਕਦੀ ਹੈ, ਕਿਉਂਕਿ ਸੱਤਾ ਉਹਨਾਂ ਕੋਲ 24 ਤੱਕ, ਤੇ 24 ਤੋਂ ਬਾਅਦ ਲਈ ਵੀ ਉਹ ਕੋਈ ਕਮਜ਼ੋਰ ਕੈਂਡੀਡੇਟ ਨਹੀਂ ਗੇ ਦੇਸ਼ ਦੀ ਸਿਆਸਤ ਲਈ। ਸੋ ਉਹਨਾਂ ਦਾ ਕੀਤਾ ਫੈਸਲਾ ਪੰਜਾਬ ਲਈ ਅਹਿਮ ਹੋਣ ਵਾਲਾ ਹੈ। ਦੇਖੋ, ਅਸੀਂ ਇਸ ਗੱਲ 'ਚ ਨਾ ਪਈਏ ਕਿ ਕੌਣ ਕਿਹਦਾ ਦੁਸ਼ਮਣ ਤੇ ਕੌਣ ਕਿਹਦਾ ਸੱਜਣ। ਸਿਆਸਤ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਆ। ਇਹ ਸਮੇਂ ਦੀ ਨਜਾਕਤ ਹੁੰਦੀ ਹੈ ਕਿ ਕੌਣ ਕਿੱਦਾਂ ਦੇ ਫੈਸਲੇ ਲੈਂਦਾ। ਜੇ ਸਟੇਟ ਨੂੰ ਕੁਝ ਮਿਲਦਾ ਹੈ ਤਾਂ ਮੈਨੂੰ ਲੱਗਦਾ ਹੈ ਚੰਗੀ ਗੱਲ, ਕੋਈ ਵੀ ਦਿੰਦਾ ਹੈ। ਪੰਜਾਬ ਸਰਕਾਰ ਚੰਗੇ ਫੈਸਲੇ ਕਰਦੀ ਆ, ਅਕਾਲੀ ਦਲ ਕੋਈ ਚੰਗਾ ਕਰਦਾ ਹੈ, ਜਾਂ ਬੀਜੇਪੀ ਕੋਈ ਚੰਗਾ ਕਰਦੀ ਹੈ, ਕਿਉਂਕਿ ਅਸੀਂ ਬੜੀ ਦੇਰ ਦੇ ਮੁੰਤਜ਼ਰ ਹਾਂ ਕਿ ਕੁਝ ਚੰਗਾ ਹੋਵੇ। ਬਦਲਾਅ ਹੋਰ ਕੋਈ ਤੇ ਆਉਣਾ ਨਹੀਂ, ਕੋਈ ਇਨਕਲਾਬ ਤੇ ਇੱਥੇ ਆਉਣਾ ਨਹੀਂ। ਸਾਨੂੰ ਸਾਰਨਾ ਤੇ ਉਹਨਾਂ ਲੋਕਾਂ ਨੇ ਪੈਣਾ ਜਿਹੜੇ ਖਿਡਾਰੀ ਨੇ ਇਸ ਖੇਡ ਦੇ, ਤੇ ਜੇ ਖਿਡਾਰੀ ਖੇਡਣਗੇ ਚੱਜ ਨਾਲ ਤਾਂ ਗੇਮ ਦਿਲਚਸਪ ਹੋ ਜੂ, ਤੇ ਜੇ ਮਿੱਥ ਕੇ ਖੇਡਣਗੇ ਤਾਂ ਆਪਾਂ ਮਿੱਥ ਕੇ ਖੇਡੀਆਂ ਜਾਂਦੀਆਂ ਗੇਮਾਂ ਦੇਖੀਆਂ ਹੀ ਨੇ, ਤੇ ਉਹਦੇ ਵਿੱਚ ਲੋਕਾਂ ਦੇ ਹਸ਼ਰ ਵੀ ਦੇਖਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਰੰਧਾਵਾ ਜੀ।